ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਵੀਰਾਂ ਭੈਣਾਂ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਗੁਰੂ ਮਹਾਰਾਜ ਦੀ ਓਟ ਤੇ ਆਸਰਾ ਲੈ ਕੇ ਅੱਜ ਤੋਂ ਅਸੀਂ ਮਾਝ ਕੀ ਵਾਰ ਦੀ ਵਿਚਾਰ ਆਰੰਭ ਕਰਨ ਜਾ ਰਹੇ ਹਾਂ। ਪਿਛਲੇ ਹਫਤੇ ਅਸੀਂ ਸ੍ਰੀ ਰਾਗ ਦੀ ਵਾਰ ਦੀ ਵਿਚਾਰ ਦੀ ਸੰਪੂਰਨਤਾ ਕੀਤੀ ਸੀ। तो ਅੱਜ ਇਸ ਮਾਝ ਕੀ ਵਾਰ ਦੀ ਵਿਚਾਰ ਆਰੰਭ ਕਰਾਂਗੇ। ਇਸ ਗੁਰੂ ਨਾਨਕ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਵਾਰ ਹੈ ਤੇ ਜਿਵੇਂ ਜਿਵੇਂ ਅੱਗੇ ਵਿਚਾਰ ਆਏਗੀ ਇਸ ਵਾਰ ਦੇ ਬਾਰੇ ਜੋ ਦੂਜੀ ਨਾਲ ਸੰਬੰਧਿਤ ਜਾਣਕਾਰੀ ਹੈ ਉਹ ਵੀ ਸਹਿਜੇ ਸਹਿਜੇ ਅਸੀਂ ਨਾਲ ਲੈਂਦੇ ਰਵਾਂਗੇ। ਪਰ ਅੱਜ ਨਿਰੋਲ ਭੂਮਿਕਾ ਜਾਂ ਜਾਣਕਾਰੀ ਦੇਣ ਦੀ ਬਜਾਏ ਅਸੀਂ ਇੱਕ ਪੌੜੀ ਔਰ ਉਹਦੇ ਨਾਲ ਦੇ ਜਿਹੜੇ ਲੱਗਦੇ 3 ਸ਼ਲੋਕ ਹਨ ਉਹਨਾਂ ਦੀ ਵਿਚਾਰ ਕਰਾਂਗੇ ਤੇ ਜਦੋਂ ਕਦੀ ਟਾਈਮ ਬਚਦਾ ਹੋਏਗਾ ਤੇ ਜਿਹੜੀ ਸੰਬੰਧਿਤ ਜਾਣਕਾਰੀ ਹੈ ਉਸ ਨੂੰ ਨਾਲ ਨਾਲ ਲੈਂਦੇ ਰਵਾਂਗੇ। ਸੋ ਵਾਰ ਦਾ ਜੋ ਸਿਰਲੇਖ ਹੈ ਵਾਰ ਮਾਝ ਕੀ ਤਥਾ ਸ਼ਲੋਕ ਮਹਿਲਾ ਪਹਿਲਾ ਤੇ ਅੱਗੇ ਹੀ ਨਾਲ ਇਸ ਦੇ ਥੱਲੇ ਸਬ ਟਾਈਟਲ ਹੈ ਮਲਕ ਮੁਰੀਦ ਤਥਾ ਚੰਦਰਹੜਾ ਸੋਈਆ ਕੀ ਧੁਨੀ ਗਾਵਨੀ। ਸੋ ਇਹਨਾਂ ਦੇ ਅਖਰੀ ਅਰਥ ਮੈਂ ਕਰ ਦਿੰਦਾ ਹਾਂ ਕਿ ਮਾਝ ਰਾਗ ਦੀ ਵਾਰ ਹੈ ਅਤੇ ਮਹਿਲੇ ਪਹਿਲੇ ਦੇ ਵੀ ਇਸ ਦੇ ਅੰਦਰ ਸ਼ਲੋਕ ਹੈਗੇ ਨੇ ਤੇ ਉਹ ਸ਼ਲੋਕ ਜਿਹੜੇ ਹਨ ਗੁਰੂ ਅਰਜਨ ਪਾਤਸ਼ਾਹ ਨੇ ਹੀ ਬਾਅਦ ਵਿੱਚ ਦਰਜ ਕੀਤੇ ਨੇ ਔਰ ਗੁਰੂ ਅਰਜਨ ਪਾਤਸ਼ਾਹ ਨੇ ਹੀ ਇਹ ਹਿਦਾਇਤ ਦਿੱਤੀ ਹੈ ਕਿ ਮਲਕ ਮੁਰੀਦ ਤਥਾ ਚੰਦਰਹੜਾ ਸੋਈਆ ਕੀ ਧੁਨੀ ਗਾਵਨੀ। ਇਹ ਦੋ ਰਾਜਪੂਤ ਫੌਜਦਾਰ ਹੋਏ ਨੇ ਔਰ ਅਕਬਰ ਦੇ ਦਰਬਾਰ ਵਿੱਚ ਹੁੰਦੇ ਸੀਗੇ। ਇਹਨਾਂ ਦੀ ਕਿਸੇ ਵਜ੍ਹਾ ਕਰਕੇ ਆਪਸ ਵਿੱਚ ਲੜਾਈ ਹੋਈ ਸੀਗੀ ਜਿਹਦੇ ਬਾਰੇ ਫਿਰ ਇੱਕ ਵਾਰ ਲਿਖੀ ਗਈ ਸੀ। ਉਹ ਵਾਰ ਬੜੀ ਪਪੂਲਰ ਹੋਈ ਸੀ। ਉਸ ਦੀ ਧੁਨੀ ਦੇ ਉੱਤੇ ਗੁਰੂ ਪਾਤਸ਼ਾਹ ਨੇ ਇਹਨੂੰ ਇਸ ਵਾਰ ਨੂੰ ਗਾਇਨ ਦੀ ਹਦਾਇਤ ਕੀਤੀ ਹੈ। ਤੋ ਸਭ ਤੋਂ ਪਹਿਲਾਂ ਜੋ ਇਸ ਵਾਰ ਦੀ ਪਹਿਲੀ ਪੌੜੀ ਹੈ ਉਸ ਦੇ ਪਹਿਲੇ ਸ਼ਲੋਕ ਦਾ ਅਸੀਂ ਪਾਠ ਕਰ ਲੈਂਦੇ ਹਾਂ। ਸ਼ਲੋਕ ਮਹਿਲਾ ਪਹਿਲਾ। ਗੁਰ ਦਾਤਾ ਗੁਰ ਹਿਵੈ ਘਰ ਗੁਰ ਦੀਪਕ ਤੇ ਲੋਏ ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ। ਗੁਰ ਦਾਤਾ ਬੜੀ ਸਪਸ਼ਟ ਜਿਹੀ ਗੱਲ ਹੈ। ਗੁਰੂ ਹੀ ਦਾਤ ਦੇਣ ਵਾਲਾ ਹੈ। ਕਾਹਦੀ ਦਾਤ? ਨਾਮ ਦੀ ਦਾਤ। ਪ੍ਰਭੂ ਦੇ ਨਾਲ ਸੰਬੰਧ ਜੋੜਨ ਵਾਸਤੇ ਗੁਰੂ ਸਾਹਿਬ ਨੇ ਜੋ ਮਾਰਗ ਦੱਸਿਆ ਹੈ ਉਹ ਹੈ ਪ੍ਰਭੂ ਦੇ ਨਾਮ ਦੇ ਨਾਲ ਨੂੰ ਸੁਰਤ ਨੂੰ ਜੋੜਨਾ। ਉਹ ਨਾਮ ਦੀ ਦਾਤ ਗੁਰੂ ਦੇ ਰਾਹੀਂ ਹੀ ਮਿਲਦੀ ਹੈ। ਗੁਰ ਹਿਵੈ ਘਰ। ਹਿਵੈ ਦਾ ਅਰਥ ਹੁੰਦਾ ਹੈ ਬਰਫ਼। ਹਿਮ ਤੋਂ ਲਫ਼ਜ਼ ਹਿਵੈ ਬਣ ਗਿਆ ਹੈ। तो हिम जिवें आप सारे जानते हो बर्फ ਨੂੰ ਹੀ ਕਹਿੰਦੇ ਹਨ। ਹਿਮਾਲय ਪਰਬਤ ਜਿਹੜਾ ਹੈ ਉਹ ਵੀ ਹਿਮ ਜਮਾ ਆਲੇ ਬਰਫ਼ ਦਾ ਘਰ ਉਹਦੇ ਤੋਂ ਹੀ ਬਣਿਆ ਹੈ। ਉਹ ਹਿਮ ਦਾ ਪੰਜਾਬੀ ਰੂਪ ਹਿਵੈ ਵੀ ਹੈ ਪੁਰਾਤਨ ਪੰਜਾਬੀ ਦੇ ਅੰਦਰ। तो ਹਿਵੈ ਘਰ ਗੁਰੂ ਸਾਹਿਬ ਨੇ ਗੁਰੂ ਦੀ ਤੁਲਨਾ ਬਰਫ਼ ਦੇ ਘਰ ਨਾਲ ਕੀਤੀ ਹੈ। ਠੰਡਕ ਦਾ ਸੋਮਾ। ਜਿਵੇਂ ਹਿਮਾਲਿਆ ਪਰਬਤ ਦਾ ਨਾਮ ਲਵੋ ਤੇ ਸਭ ਦੇ ਦਿਮਾਗਾਂ ਦੇ ਵਿੱਚ ਇੱਕ ਇਮੇਜ ਬਣ ਜਾਂਦੀ ਹੈ ਬਰਫੀਲੀਆਂ ਪਹਾੜੀਆਂ ਦੀ, ਠੰਡ ਦੇ ਮੌਸਮ ਦੀ, ਠੰਡ ਦਾ ਮਾਹੌਲ। ਉਹ ਠੰਡਕ ਜਿਹੜੀ ਹੈ ਉਹ ਇਨਸਾਨ ਦੀ ਜ਼ਿੰਦਗੀ ਦੇ ਅੰਦਰ ਉਸਨੂੰ ਇੱਕ ਸੁਖਾਵਾਂ ਅਹਿਸਾਸ ਦਿੰਦੀ ਹੈ। ਤਪਸ਼ ਜਿਹੜੀ ਹੈ ਤਕਲੀਫ ਦਾ, ਦੁੱਖ ਦਾ ਅਹਿਸਾਸ ਦਿੰਦੀ ਹੈ। ਤਾਂ ਗੁਰੂ ਦੀ ਸੰਗਤ ਇੱਕ ਮਾਨਸਿਕ ਤੌਰ ਦੇ ਉੱਤੇ ਰੂਹਾਨੀ ਠੰਡਕ ਪੈਦਾ ਕਰਦੀ ਹੈ ਸਾਡੇ ਅੰਦਰ। ਤਾਂ ਇਸ ਕਰਕੇ ਗੁਰੂ ਜਿੱਥੇ ਨਾਮ ਦਾ ਦਾਤਾ ਹੈ ਉਸ ਨਾਮ ਦੀ ਦਾਤ ਦੇ ਨਾਲ ਜੁੜਿਆ ਗੁਰੂ ਦੀ ਦਿੱਤੀ ਹੋਈ ਸਿੱਖਿਆ ਨੂੰ ਅਪਣਾਇਆ ਜੀਵਨ ਦੇ ਅੰਦਰ ਇੱਕ ਠੰਡਕ ਦਾ ਅਹਿਸਾਸ ਵੀ ਆਉਂਦਾ ਹੈ। ਜੀਵਨ ਦੇ ਅੰਦਰ ਇੱਕ ਸ਼ਾਂਤੀ ਆ ਜਾਂਦੀ ਹੈ। ਕਲਹ ਕਲੇਸ਼ ਅੰਦਰੋਂ ਨਾਸ ਹੋ ਜਾਂਦੀ ਹੈ। ਤਾਂ ਇਸ ਲਈ ਗੁਰੂ ਨੂੰ ਹਿਵੈ ਘਰ ਦੇ ਨਾਲ ਤੁਲਨਾ ਦਿੱਤੀ ਗਈ ਹੈ। ਜਾਂ ਇਹ ਕਹੋ ਕਿ ਤੁਲਨਾ ਨਾਮ ਹੀ ਕਹਿ ਕੇ ਇਹ ਕਿਹਾ ਜਾਵੇ ਕਿ ਇਹ ਤਸ਼ਬੀਹ ਵਰਤ ਕੇ ਗੁਰੂ ਦੀ ਵਡਿਆਈ ਜਿਹੜੀ ਹੈ ਦੱਸੀ ਗਈ ਹੈ। ਗੁਰ ਦੀਪਕ ਤੇ ਲੋਏ। ਦੀਪਕ ਸਾਰੇ ਆਪ ਜਾਣਦੇ ਹੋ ਦੀਵੇ ਨੂੰ ਕਿਹਾ ਜਾਂਦਾ ਹੈ। ਦੀਪਕ ਪ੍ਰਕਾਸ਼ ਦਿੰਦਾ ਹੈ, ਰੋਸ਼ਨੀ ਦਿੰਦਾ ਹੈ, ਚਾਨਣ ਦਿੰਦਾ ਹੈ। ਤੇ ਲੋਏ 3 ਲੋਕ। ਤੇ 3 ਲਫ਼ਜ਼ ਦਾ ਮੀਨਿੰਗ ਹੈ ਤੇ ਲੋਏ ਦਾ ਮਤਲਬ ਹੁੰਦਾ ਲੋਕ ਜਾਂ ਜਿਹੜੀ ਸ੍ਰਿਸ਼ਟੀ ਹੈ ਤਿੰਨੋਂ ਲੋਕਾਂ ਦੇ ਵਿੱਚ। ਇਹ ਪੁਰਾਤਨ ਭਾਰਤੀ ਸੰਸਕ੍ਰਿਤੀ ਦੇ ਵਿੱਚ ਪ੍ਰਚਲਿਤ ਵਿਸ਼ਵਾਸ ਸੀ
कि 3 लोक हैं जी, पताल लोक है, ये मात लोक है, ते अगे ऊपर स्वर्ग लोक या देव लोक है जो आकाश विच है। तो प्रचलित विचारधारा ਨੂੰ गुरु साहब ने एक गल ਨੂੰ समझाने वास्ते ਵਰਤਿਆ है। उंज 3 लोकां ਦੀ जो सिद्धांतक गल है उसਨੂੰ गुरु साहब ने प्रवान नहीं किया। ਉਹ ਤਾਂ ਗਿਣਤੀ ਮਿੰਤੀ ਦੇ ਚੱਕਰ ਚ ਪੈਂਦੇ ਹੀ ਨਹੀਂ। ਪਤਾਲਾਂ ਪਤਾਲ, ਲੱਖ ਆਗਾਸਾਂ ਆਗਾਸ, ਉੱਥੇ ਤਾਂ 7 14 ਦੀ ਗਿਣਤੀ ਨੂੰ ਵੀ ਨਹੀਂ ਪ੍ਰਵਾਨ ਕੀਤਾ ਗਿਆ। ਬੇਅੰਤ ਦੀ ਅਸੰਖਾਂ ਦੀ ਗੱਲ ਕੀਤੀ ਗਈ ਹੈ। ਇੱਥੋਂ ਤੱਕ ਕਿ ਅਸੰਖ ਲਫ਼ਜ਼ ਵਰਤ ਕੇ ਗੁਰੂ ਸਾਹਿਬ ਨੇ ਇਹ ਵੀ ਕਹਿ ਦਿੱਤਾ ਹੈ ਕਿ ਅਸੰਖ ਕਹਿ ਸਿਰ ਭਾਰ ਹੋਏ। ਉਹ ਕਹਿ ਰਹੇ ਗਿਣਤੀ ਕੀਤੀ ਹੀ ਨਹੀਂ ਜਾ ਸਕਦੀ, ਸੰਖਿਆ ਤੋਂ ਹੀ ਬਾਹਰ ਹੈ। तो 3 लोए ਜਿਹੜਾ 3 ਲੋਕੀ ਲਫ਼ਜ਼ ਜਿਹੜਾ ਹੈ ਇਹ ਕੇਵਲ ਤੇ ਕੇਵਲ ਇੱਕ ਮੈਸੇਜ ਕਨਵੇ ਕਰਨ ਵਾਸਤੇ ਪ੍ਰਚਲਿਤ ਜਿਹੜਾ ਵਿਸ਼ਵਾਸ ਸੀ ਉਹਨੂੰ ਇਸ ਕਰਕੇ ਵਰਤ ਲਿਆ ਗਿਆ ਹੈ ਕਿ ਇਹ ਆਮ ਜਨਤਾ ਨੂੰ ਛੇਤੀ ਸਮਝ ਆ ਜਾਣ ਵਾਲੀ ਗੱਲ ਹੈ ਕਿ ਤਿੰਨਾਂ ਹੀ ਲੋਕਾਂ ਦੇ ਵਿੱਚ ਚਾਨਣ ਕਰਨ ਵਾਲਾ ਗੁਰੂ ਹੈ। ਔਰ ਚਾਨਣ ਕਾਹਦਾ? ਇਹ ਕੋਈ ਬੈਟਰੀ ਦੀ ਜਾਂ ਕੋਈ ਇਲੈਕਟ੍ਰੀਕਲ ਲਾਈਟ ਨਹੀਂ ਹੈ, ਕੋਈ ਬਿਜਲੀ ਦੀ ਚਮਕ ਨਹੀਂ ਹੈ, ਇਹ ਗਿਆਨ ਦਾ ਚਾਨਣ ਹੈ। ਤਾਂ ਪਹਿਲੀ ਪੰਕਤੀ 'ਚ ਗੁਰੂ ਸਾਹਿਬ ਜੋ गुरु की वडियाई दस रहे हैं कि गुरु नाम का दाता है, गुरु आत्मक ठंडक पहुँचाने का सोमा है, गुरु ज्ञान का चानन बख्शण वाला है जो तिन्ना ही लोगों के विच ज्ञान का चानन बख्शदा है। अगली पंक्ति कहते हैं कि अमर पदार्थ नानका मन मानिया सुख होए। अमर अमर लफ्ज का जो आखिरी अर्थ है वो है जो ना मरे, जिदे ते मौत ना आवे। अजमा मर, मर मौत, अमर ना मरन वाली चीज। तो ये पुरातन विद्वानां दा विज्ञानियां दा भी ये चेष्टा रही है कि किसी तरीके एक एलेक्सिर ऑफ लाइफ, ऐसा कोई लिक्विड, ऐसा कोई अमृत लभ लिया जाए जिदे जिन्हों पी के ते बंदा अमर हो जाए। तो ये सनातन मत के ग्रंथों के विच भी अमृत का बहुत बारी जिक्र आंदा है। समुंदर मंथन दे विचों जिहड़े 14 रतन निकले गए, एक रतन उन्हां विचों अमृत का भी कलश सीगा जिहदी वंड दे वास्ते फिर देवतियां ते दैंतां दे विच लड़ाई भी हुई। फिर वो अमृत का घड़ा देवते चुक के भज गए, वो फिर छलक गया ते किधरे किधरे वो छलक के ते वो अमृत जिहड़ा सी वो जमीन ते डिग पिया। उत्थे जिहड़े सन फिर 4 बड़े वड्डे जिहड़े तीरथ सीगे जिन्हां दे उत्ते कुंभ दा मेला लगता है 12-12 साल बाद। ये उन्हां दी कहानियां ने। ਉਹਦੇ ਮੁਤਾਬਕ ਇਹ मतलब अमृत की जिहड़ी होंद है या अमृत के बारे एक चाहत है वो बड़े पुरातन समय तो लोगों के मनां दे विच है। ईवन जिहड़े पुराने अल्केमिस्ट हुंदे सीगे उन्हां दे खोज दे विच भी एक 3 चीज़ां दे विचों एक चीज़ है भी सी एलिक्सिर ऑफ लाइफ कि भाई ऐसा कोई पानी, ऐसा कोई चीज़ मिल जाए लिक्विड जिन्हों पी के इंसान मौत के उत्ते जित प्राप्त कर लवे। पर गुरु साहब कहते हैं कि अमर पदार्थ की है? वो अमर पदार्थ असल विच है प्रभु का नाम, जिहड़ा मौत के डर नूं बंदे की जिंदगी विचों खत्म कर दिंदा है। कि जिवें गुरु गोबिंद सिंह पातशाह के लफ्ज सब नूं चेते जा जाते हैं कि 1.25 लाख से एक लड़ाऊं तबे गोबिंद सिंह नाम कहाऊं। तो ये उंज लॉजिक दे नाल सोचिया, बुद्धि दे नाल सोचिया ये गल नामुमकिन जी लगती है कि 1.25 लाख दुश्मन सामने होवे ते एक बंदा कल्ला उन्हां दे नाल लड़न नूं तैयार हो जावे। आम फितरत बंदे दी है कि भज्जो, जान बचाओ ते भज्जो। पर गुरु साहब ने ऐसी अंदर ताकत भर दी, वो अमर पदार्थ उन्होंने गुरसिखां नूं ऐसा बख्शिया कि एक बंदे च ऐसी जरूरत आ गई कि 1.25 लाख के नाल भी मुकाबला करने च कोई घबराहट नहीं महसूस करता सी। सिख इतिहास विच ऐसियां अनेकां मिसालां मिलदियां ने कि जिवें 2 ਸਿੰਘਾਂ ने जिवें बोता सिंह गरजा सिंह सीगे, वो पता नहीं किन्ने 400-500 का फौजी दस्ता मुस्लिम हकमां ने भेजिया तो दोनों ही कईयां नूं मार के ते फिर शहीदी प्राप्त की। छोटे छोटे बच्चों ने भी मौत के सामने सीस नहीं झुकाया और पूरी बहादुरी के नाल उन्हां दा मुकाबला किया। चाहे उन्होंने कई तरह के भुलेखे, कई तरह के झूठ उन्होंने सामने बोले गए, कई तरह के लालच दिते गए, ना कोई लालच ते ना कोई डरावा उन्होंने डुला सकिया। ये अमर पदार्थ की ही बरकत है। ऐसा अमर पदार्थ गुरु पासों ही प्राप्त होंदा है। तो गुरु साहब कह रहे हैं अगली पंक्ति कि अमर पदार्थ नानका मन मानिया सुख होए। पर ये अमर पदार्थ कोई लिक्विड नहीं है,
ਜਿਹੜਾ ਗੁਰੂ ਸਾਹਿਬ ਨੇ ਕੋਈ ਘੋਲ ਕੇ ਪਿਲਾ ਦਿੱਤਾ ਸੀਗਾ। ਇਹ ਠੀਕ ਹੈ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖੰਡੇ ਦੀ ਪੋਹਲ ਸਿੱਖਾਂ ਨੂੰ ਦਿੱਤੀ, ਉਹਦੇ ਅੰਦਰ ਪਤਾਸੇ ਘੁਲਿਆ ਹੋਇਆ ਪਾਣੀ ਜ਼ਰੂਰ ਪਿਲਾਇਆ ਗਿਆ। ਉਹ ਸਿਰਫ ਇੱਕ ਸਿੰਬੋਲਿਕ ਸੀਗਾ, ਇੱਕ ਈਵੈਂਟ ਨੂੰ ਮਨ ਦੇ ਉੱਤੇ ਛਾਪ ਛੱਡਣ ਵਾਸਤੇ ਉਹ ਇਹਨੂੰ ਐਜ਼ ਇੱਕ ਸਿੰਬਲ ਯੂਜ਼ ਕੀਤਾ ਗਿਆ, ਜਿਹੜੀ ਮਰਿਆਦਾ ਅੱਜ ਤੱਕ ਸਾਡੀ ਚੱਲਦੀ ਆ ਰਹੀ ਹੈ। ਇਸੇ ਕਰਕੇ ਉਸ ਖੰਡੇ ਦੀ ਪੌਲ ਨੂੰ ਧਾਰਨ ਕਰਨ ਨੂੰ ਅਸੀਂ ਅੰਮ੍ਰਿਤ ਛਕਣ ਦੀ ਜਿਹੜੀ ਹੈ ਘਟਨਾ ਉਹ ਵੀ ਮੰਨਦੇ ਹਾਂ, ਉਹਨੂੰ ਅੰਮ੍ਰਿਤ ਛਕਣ ਦੀ ਮਰਿਆਦਾ ਕਹਿੰਦੇ ਹਾਂ। ਪਰ ਅਸਲੀਅਤ ਵਿੱਚ ਉਹ ਇੱਕ ਸਿੰਬਲ ਸੀਗਾ। ਅਸਲ ਗੱਲ ਸੀ ਮਨ ਮਾਨਿਆ, ਤੇ ਗੁਰੂ ਦੀ ਦਿੱਤੀ ਹੋਈ ਸਿੱਖਿਆ ਨੂੰ ਸਿੱਖਾਂ ਨੇ ਮੰਨ ਲਿੱਤਾ। ਉਹਨਾਂ ਦਾ ਮਨ ਪਤੀਜ ਗਿਆ ਕਿ ਗੁਰੂ ਜੋ ਕਹਿ ਰਿਹਾ ਹੈ ਉਹੀ ਸੱਚ ਹੈ। ਜੋ ਕਾਮਨ ਸੈਂਸ ਸਾਨੂੰ ਕਹਿੰਦੀ ਆ ਰਹੀ ਹੈ, ਜੋ ਸਮਾਜ ਦੇ ਅੰਦਰ ਪ੍ਰਚਲਿਤ ਵਿਚਾਰਧਾਰਾ ਬਣੀ ਹੋਈ ਸਦੀਆਂ ਤੋਂ ਚੱਲੀ ਆ ਰਹੀ ਹੈ, ਉਹਦੇ ਉਲਟ ਗੁਰੂ ਨੇ ਸਿੱਖਿਆ ਦਿੱਤੀ ਤੇ ਸਿੱਖਾਂ ਨੇ ਉਸ ਨੂੰ ਮੰਨ ਲਿਆ। ਸਿੱਖਾਂ ਦਾ ਮਨ ਮੰਨ ਗਿਆ ਕਿ ਜੋ ਗੱਲ ਗੁਰੂ ਨੇ ਆਖੀ ਹੈ ਉਹ ਸੱਚ ਹੈ। ਤਾਂ ਉਹ ਚੀਜ਼ ਜਿਹੜੀ ਸੀ ਉਸਨੇ ਉਹਨਾਂ ਦੇ ਅੰਦਰ ਐਸੀ ਇੱਕ ਆਤਮਿਕ ਬਲ, ਐਸੇ ਇੱਕ ਆਤਮਿਕ ਸ਼ਕਤੀ ਪੈਦਾ ਕੀਤੀ ਕਿ ਉਹ ਅਮਰ ਪਦਾਰਥ ਹੋ ਕੇ ਨਿਬੜੀ, ਜਿਨੇ ਉਹਨਾਂ ਨੂੰ ਇੰਨੀ ਜ਼ਰੂਰਤ ਦਿੱਤੀ ਕਿ ਕਿਸੇ ਵੀ ਐਡਵਰਸ ਕੰਡੀਸ਼ਨ ਦੇ ਅੰਦਰ ਉਹ ਡੋਲਦੇ ਨਹੀਂ ਸਨ। ਤਾਂ ਉਸੇ ਗੱਲ ਦਾ ਪ੍ਰਗਟਾਵਾ ਗੁਰੂ ਨਾਨਕ ਪਾਤਸ਼ਾਹ ਕਰ ਰਹੇ ਹਨ। ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ। ਇਹ ਕਦੇ ਨਾ ਨਾਸ਼ ਹੋਣ ਵਾਲਾ, ਕਦੇ ਨਾ ਖਤਮ ਹੋਣ ਵਾਲਾ ਅਮਰ ਪਦਾਰਥ, ਨਾਮ ਰੂਪੀ ਪਦਾਰਥ ਗੁਰੂ ਪਾਸੋਂ ਮਿਲਦਾ ਹੈ ਤੇ ਉਹ ਸੁਖ ਉਸ ਨੂੰ ਦਿੰਦਾ ਹੈ ਜਿਹਦਾ ਮਨ ਮੰਨ ਜਾਂਦਾ ਹੈ। ਗੁਰੂ ਦਾ ਨਾਮ ਦੀ ਦਾਤ ਸਭ ਨੂੰ ਆਫਰ ਕਰਦਾ ਹੈ, ਸਭ ਨੂੰ ਬਖਸ਼ਦਾ ਹੈ, ਪਰ ਸਾਰੇ ਮੰਨਦੇ ਨਹੀਂ, ਸਭ ਦਾ ਮਨ ਮੰਨਦਾ ਨਹੀਂ ਹੈ। ਜਿਨ੍ਹਾਂ ਦਾ ਮਨ ਮੰਨ ਜਾਂਦਾ ਹੈ ਉਹਨਾਂ ਦਾ ਜੀਵਨ ਸਹਿਜ ਵਾਲਾ, ਸੁਖ ਵਾਲਾ, ਆਨੰਦ ਵਾਲਾ ਹੋ ਜਾਂਦਾ ਹੈ। ਜਿਹੜੇ ਨਹੀਂ ਮੰਨਦੇ ਉਹ ਗੁਰੂ ਦੇ ਨੇੜੇ ਰਹਿ ਕੇ ਵੀ ਨਹੀਂ ਮੰਨਦੇ, ਭਾਵੇਂ ਗੁਰੂ ਦੇ ਪਰਿਵਾਰ ਦੇ ਸਦੱਸੇ ਕਿਉਂ ਨਾ ਹੋਣ, ਉਹਨਾਂ ਦੇ ਆਪਣੇ ਰਿਸ਼ਤੇਦਾਰ ਹੀ ਕਿਉਂ ਨਾ ਹੋਣ, ਆਪਣੇ ਉਹਨਾਂ ਦੀ ਔਲਾਦ ਵੀ ਕਿਉਂ ਨਾ ਹੋਵੇ। ਗੁਰੂਆਂ ਦੀ ਔਲਾਦ ਵਿੱਚੋਂ ਵੀ ਕਈ ਐਸੇ ਹੋਏ ਹਨ ਜਿਨ੍ਹਾਂ ਦਾ ਮਨ ਨਹੀਂ ਮੰਨਿਆ। ਸੋ ਇਸ ਸ਼ਲੋਕ ਦੇ ਅੰਦਰ ਗੁਰੂ ਦੀ ਵਡਿਆਈ ਬਿਆਨ ਕੀਤੀ ਗਈ ਹੈ। ਗੁਰੂ ਦਾਤਾ ਹੈ ਨਾਮ ਦਾ, ਗੁਰੂ ਠੰਡਕ ਦਾ ਸੋਮਾ ਹੈ, ਗੁਰੂ ਗਿਆਨ ਦਾ ਚਾਨਣ ਹੈ, ਸਾਰੀ ਸ੍ਰਿਸ਼ਟੀ ਨੂੰ ਦੇਣ ਵਾਲਾ। ਗੁਰੂ ਪਾਸੋਂ ਹੀ ਇਹ ਨਾਮ ਰੂਪੀ ਅੰਮ੍ਰਿਤ ਦੀ ਦਾਤ ਮਿਲਦੀ ਹੈ ਤੇ ਜੀਵਨ ਵਿੱਚ ਉਸਦੇ ਸੁੱਖ ਤੇ ਆਨੰਦ ਆ ਜਾਂਦਾ ਹੈ ਜਿਹਦਾ ਮਨ ਬਣ ਜਾਂਦਾ। ਹੁਣ ਅਗਲੇ ਸ਼ਲੋਕ ਦੇ ਅੰਦਰ ਜੋ ਆਮ ਲੋਕਾਈ ਦੀ ਜੋ ਅਵਸਥਾ ਹੈ, ਗੁਰੂ ਸਾਹਿਬ ਉਸ ਸ਼ਲੋਕ ਦੇ ਵਿੱਚ ਉਹ ਬਿਆਨ ਕਰ ਰਹੇ ਹਨ। ਮਹਿਲਾ ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁਧ, ਤੀਜਾ ਭਈਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੈ ਜਾਤ, ਸਤਵੇਂ ਸੰਜ ਕੀਆ ਘਰ ਵਾਸ, ਅੱਠਵੇਂ क्रोध हुआ तन नास, नौवें धौले उबे सा, दसवें दद्दा हुआ स्वा। गए सगीत पुकारी तहा, उड़िया हंस दसाए राह, आया गया मोया नौ, पिछे पत्तल सद्यो कां, नानक मनमुख अंध प्यार, बाज गुरु डुब्बा संसार। इस श्लोक का जो तत् मैसेज है ਉਹ ਅਖੀਰੀ ਪੰਕਤੀ ਦੇ ਅੰਦਰ ਹੈ, ਬਾਜ ਗੁਰੂ ਡੁੱਬਾ ਸੰਸਾਰ। ਪਹਿਲੇ ਸ਼ਲੋਕ ਦੇ ਅੰਦਰ ਗੁਰੂ ਦੀ ਮਹੱਤਤਾ, ਗੁਰੂ ਦੀ ਵਡਿਆਈ ਬਿਆਨ ਕੀਤੀ ਗਈ ਤੇ ਦੂਜੇ ਸ਼ਲੋਕ ਵਿੱਚ ਹੁਣ ਦੁਨਿਆਵੀ ਆਮ ਸ੍ਰਿਸ਼ਟੀ ਦੀ ਜੋ ਹਾਲਤ ਹੈ, ਆਮ ਲੋਕਾਂ ਦਾ ਜੋ ਦੁਨੀਆ 'ਚ ਵਰਤਾਰਾ ਨਜ਼ਰ ਆਉਂਦਾ ਹੈ, ਉਹਦਾ ਬਿਆਨ ਕਰਕੇ ਕਨਕਲੂਜਨ ਜੋ ਸ਼ਲੋਕ ਦਾ ਹੈ ਉਹ ਇਹੀ ਹੈ ਕਿ ਬਾਜ ਗੁਰੂ ਡੁੱਬਾ ਸੰਸਾਰ, ਕਿ ਬਹੁਤਾਤ ਦੁਨੀਆ ਗੁਰੂ ਦੇ ਗਿਆਨ ਤੋਂ ਵਿਹੂਣੀ, ਗੁਰੂ ਦੇ ਗਿਆਨ ਦੇ ਨਾਲ ਜਿਨ੍ਹਾਂ ਦਾ ਮਨ ਨਹੀਂ ਪਤੀਜਦਾ, ਉਹ ਗੁਰੂ ਦੇ ਗਿਆਨ ਤੋਂ ਬਿਨਾਂ ਇਸ ਸੰਸਾਰ ਵਿੱਚ ਭਵਜਲ ਵਿੱਚ ਵਿਕਾਰਾਂ ਦੀ ਜਿਹੜੀ ਹੈ ਜਿਲਨ ਹੈ ਉਹਦੇ ਅੰਦਰ ਡੁੱਬ ਜਾਂਦੇ ਹਨ। ਇਸ ਭਵਜਲ ਦੇ ਅੰਦਰ ਡੁੱਬ ਜਾਂਦੇ ਹਨ ਗੁਰੂ ਦੇ ਬਿਨਾਂ। ਗੁਰੂ ਤੋਂ ਬਿਨਾਂ ਇਸ ਭਵਜਲ ਤੋਂ ਪਾਰ ਹੋਣਾ ਨਾਮੁਮਕਿਨ ਹੈ। ਇਸੇ ਸੱਚਾਈ ਨੂੰ ਇਸ ਸ਼ਲੋਕ ਦੇ ਅੰਦਰ ਕਨਕਲੂਜਨ ਦੇ ਰੂਪ ਵਿੱਚ ਦਿੱਤਾ ਗਿਆ ਹੈ ਕਿ ਬਾਜ ਗੁਰੂ ਡੁੱਬਾ ਸੰਸਾਰ। तो हुण जो आम लोकाई दी, आम दुनिया की जिहड़ी गुरु के ज्ञान तो बिना जीवन जी रही है, उहदियां जो अवस्थावां ने, उस मनुखी जीवन की अवस्थावां नूं 10 हिस्सियां च वंड के गुरु साहब ने बयान किया है। ये कोई जरूरी नहीं है कि 10 अवस्थावां च बयान किया गया है तो पुराने विश्वास के मुताबिक इंसान की उम्र नूं 100 साल मिथ के 10-10 साल की अवस्था होवे, नहीं। ये सिर्फ 10 स्टेजिस ने। इन्हां दे अंदर
कोई इक्वलिटी ऑफ टाइम गैप नहीं अज्यूम करना चाहिए। ਜ਼ਰੂਰੀ ਨਹੀਂ ਹੈ ਕਿ ਪਹਿਲੀ ਅਵਸਥਾ 10 ਸਾਲ ਦੀ, ਦੂਜੀ 10 ਤੋਂ 20 ਦੀ ਹੈ, ਇਸ ਤਰ੍ਹਾਂ ਨਹੀਂ ਹੈ। ਉਹ ਅਗਲੇ ਸ਼ਲੋਕ ਵਿੱਚ ਉਹਦਾ ਵਰਣਨ ਆਏਗਾ। ਇੱਥੇ ਇਹ 10 ਅਵਸਥਾਵਾਂ ਵੱਖਰੇ ਵੱਖਰੇ ਟਾਈਮ ਸਕੇਲ ਦੀਆਂ ਹੋ ਸਕਦੀਆਂ ਨੇ, ਸਿਰਫ ਇੱਕ ਤੋਂ ਬਾਅਦ ਇੱਕ ਅਵਸਥਾ ਚੇਂਜ ਹੁੰਦੀ ਜਾਂਦੀ ਹੈ। ਤਾਂ ਪਹਿਲਾ ਪਿਆਰ ਲੱਗਾ ਥਣ ਦੁੱਧ। ਪਹਿਲੀ ਅਵਸਥਾ ਦੇ ਅੰਦਰ ਜਨਮ ਤੋਂ ਬਾਅਦ ਇਮੀਡੀਏਟਲੀ ਬੱਚੇ ਦਾ ਜਨਮ ਤੋਂ ਬਾਅਦ ਮਾਤਾ ਦੇ ਥਣਾ ਵਿੱਚੋਂ ਮਿਲਣ ਵਾਲੇ ਦੁੱਧ ਦੇ ਨਾਲ ਲੱਗਦਾ ਹੈ, ਕਿਉਂਕਿ ਉਹੀ ਉਹਦੇ ਵਾਸਤੇ ਜੀਵਨ ਦੀ ਸਭ ਤੋਂ ਪਹਿਲੀ ਜਿਹੜੀ ਸਪੋਰਟ ਸਿਸਟਮ ਹੈ, ਜੋ ਪ੍ਰਮਾਤਮਾ ਨੇ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਮਾਤਾ ਦੇ ਅੰਦਰ ਐਸੇ ਚੇਂजेस ਲਿਆਉਂਦੇ ਹੁੰਦੇ ਹਨ ਕਿ ਉਹ ਬੱਚੇ ਦੀ ਖੁਰਾਕ ਪਹਿਲਾਂ ਤੋਂ ਹੀ ਪ੍ਰੋਵਾਈਡ ਹੋ ਜਾਂਦੀ ਹੈ। ਸੋ ਉਸ ਜ਼ਮਾਨੇ ਵਿੱਚ ਤਾਂ ਇਹ ਫਾਰਮੂਲੇ ਮਿਲਕ ਤੇ ਬੋਤਲਾਂ ਵਾਲਾ ਦੁੱਧ ਦਾ ਤਾਂ ਕੋਈ ਕਨਸੈਪਟ ਹੀ ਨਹੀਂ ਸੀਗਾ। ਇੱਕੋ ਇੱਕ ਸਰੋਤ ਜਿਹੜਾ ਸੀ ਮਾਂ ਦਾ ਦੁੱਧ ਹੀ ਹੁੰਦਾ ਸੀ। ਭਾਵੇਂ ਅੱਜ ਵੀ ਡਾਕਟਰ ਇਹੀ ਰਿਕਮੈਂਡ ਕਰਦੇ ਹਨ ਕਿ ਨਵਜਾਤ ਬੱਚੇ ਦੇ ਵਾਸਤੇ ਮਾਤਾ ਦਾ ਦੁੱਧ ਹੀ ਸਭ ਤੋਂ ਵਧੀਆ ਖੁਰਾਕ ਹੈ। ਪਰ ਇਨਸਾਨ ਦੀ ਜਦੋਂ ਕਿਉਂਕਿ ਆਦਤ ਹੈ ਆਰਟੀਫੀਸ਼ੀਅਲ ਚੀਜ਼ਾਂ ਦੇ ਨਾਲ ਜ਼ਿਆਦਾ ਉਹਨਾਂ ਨੂੰ ਸੈਟੀਸਫੈਕਸ਼ਨ ਮਿਲਦੀ ਹੈ, ਤੇ ਅੱਜ ਕਈ ਹੋਰ ਚੀਜ਼ਾਂ ਨਾਲ ਸਪਲੀਮੈਂਟਰੀ ਵੀ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਪਰ ਕੁਦਰਤੀ ਜੋ ਸਿਸਟਮ ਬਣਿਆ ਹੋਇਆ ਸੀਗਾ, ਉਸੇ ਚੀਜ਼ ਦਾ ਬਿਆਨ ਇਸ ਪੰਕਤੀ ਵਿੱਚ ਹੈ ਕਿ ਜਨਮ ਤੋਂ ਬਾਅਦ ਪਹਿਲੀ ਅਵਸਥਾ ਦੇ ਅੰਦਰ ਬੱਚੇ ਦਾ ਜੋ ਲਗਾਵ ਹੈ, ਬੱਚੇ ਦਾ ਜੋੜ ਹੈ, ਉਹ ਮਾਤਾ ਦੇ ਥਣਾ ਤੋਂ ਮਿਲਣ ਵਾਲਾ ਦੁੱਧ ਦੇ ਨਾਲ ਹੀ ਹੁੰਦਾ ਹੈ। ਦੂਜੀ ਅਵਸਥਾ ਦੇ ਵਿੱਚ ਮਾਏ ਬਾਪ ਕੀ ਸੁਧ। ਤੋਂ ਮਾਂ ਦੇ ਦੁੱਧ ਦੇ ਨਾਲ ਸੰਬੰਧ ਜੁੜਨ ਤੋਂ ਬਾਅਦ, ਉਸ ਤੋਂ ਬਾਅਦ ਉਹਨੂੰ ਮਾਂ ਦੀ ਆਪਣੀ ਪਰਸਨੈਲਿਟੀ ਦੇ ਨਾਲ ਸੰਬੰਧ ਜੁੜਦਾ ਹੈ, ਤੇ ਨਾਲ ਦੇ ਨਾਲ ਪਿਤਾ ਦਾ ਪਿਆਰ ਵੀ ਉਹਨੂੰ ਮਿਲਣਾ ਸ਼ੁਰੂ ਹੋ ਜਾਂਦਾ ਹੈ। ਦੂਜੀ ਅਵਸਥਾ ਵਿੱਚ ਉਹਨੂੰ ਹੋਸ਼ ਮਾਤਾ ਦੇ ਟੱਚ ਦੀ, ਬਾਪ ਦੇ ਟੱਚ ਦੀ ਉਹਨੂੰ ਸੋਝੀ ਮਿਲਣੀ ਸ਼ੁਰੂ ਹੋ ਜਾਂਦੀ ਹੈ। ਔਰ ਇਹ ਵਰਤਾਰਾ ਅਸੀਂ ਸਾਰਿਆਂ ਨੇ ਹੀ ਦੇਖਿਆ ਹੋਇਆ ਹੈ ਕਿ ਛੋਟੇ ਬੱਚੇ ਕਿਵੇਂ ਆਪਣੇ ਮਾਤਾ ਪਿਤਾ ਦੇ ਟੱਚ ਨੂੰ ਪਛਾਣਦੇ ਹਨ। ਉਹਨਾਂ ਨੂੰ ਭਾਵੇਂ ਕੋਈ ਬੋਲਣ ਦਾ, ਕੋਈ ਹੋਰ ਬਹੁਤੀ ਈਵਨ ਭਾਵੇਂ ਸੁਣ ਕੇ ਵੀ ਬਹੁਤੀਆਂ ਗੱਲਾਂ ਸਮਝ ਆਉਣ ਦੀ ਅਵੇਅਰਨੈਸ ਨਹੀਂ ਹੁੰਦੀ, ਪਰ ਮਾਤਾ ਦੇ ਟੱਚ ਤੇ ਬਾਪ ਦੇ ਟੱਚ ਦੀ ਉਹਨਾਂ ਨੂੰ ਸੋਝੀ ਆਉਣੀ ਸ਼ੁਰੂ ਹੋ ਜਾਂਦੀ ਹੈ। ਤੀਜਾ ਹੈ ਭਈਆ ਭਾਬੀ ਬੇਦ। ਫਿਰ ਪਰਿਵਾਰ ਦੇ ਦੂਜੇ ਮੈਂਬਰ, ਭਰਾ ਭਰਜਾਈ ਬੇਬੇ, ਇਹ ਐਗਜ਼ਾਮਪਲ ਦੇ ਵਜੋਂ ਨੇ, ਕੋਈ ਸਪੈਸੀਫਿਕ ਐਗਜ਼ੈਕਟਨੈਸ ਇਹਦੇ ਵਿੱਚ ਲੱਭਣ ਦੀ ਲੋੜ ਨਹੀਂ ਹੈ। ਤਾਂ ਇਹ ਪਰਿਵਾਰ ਦੇ ਬਾਕੀ ਮੈਂਬਰਾਂ ਦੀ ਵੀ ਫਿਰ ਹੋਸ਼ ਉਹਨੂੰ ਬੱਚੇ ਨੂੰ ਆਉਣੀ ਸ਼ੁਰੂ ਹੋ ਜਾਂਦੀ ਹੈ। ਚੌਥਾ ਪਿਆਰ ਉਪੰਨੀ ਖੇਡ। ਚੌਥੀ ਅਵਸਥਾ ਦੇ ਅੰਦਰ ਖੇਡਾਂ ਦੇ ਨਾਲ ਬੱਚੇ ਦਾ ਪਿਆਰ ਪੈਣਾ ਸ਼ੁਰੂ ਹੋ ਜਾਂਦਾ ਹੈ। ਉਹ ਚਾਹੇ ਖਿਡੌਣਿਆਂ ਦੇ ਰੂਪ ਵਿੱਚ ਹੋਵੇ, ਚਾਹੇ ਬਾਕੀ ਪਰਿਵਾਰ ਦੇ ਮੈਂਬਰਾਂ ਦੇ ਨਾਲ ਖੇਡਾਂ ਹੋਣ, ਜਾਂ ਆਪਣੀ ਹਮ ਉਮਰ ਦੇ ਨਾਲ ਖੇਡਾਂ ਦੇ ਨਾਲ ਉਹਦਾ ਪਿਆਰ ਪੈਣਾ ਸ਼ੁਰੂ ਹੋ ਜਾਂਦਾ ਹੈ। ਪੰਜਵੇਂ ਖਾਣ ਪੀਣ ਦੀ ਤਾਤ। ਹੁਣ ਪੰਜਵੀਂ ਅਵਸਥਾ ਐਸੀ ਹੈ ਜਿੱਥੇ ਉਹਨੂੰ ਹੁਣ ਜੀਭ ਦਾ ਸਵਾਦ ਤੇ ਹੋਰ ਦੂਜੀਆਂ ਵਸਤੂਆਂ ਜਿਹੜੀਆਂ ਨੇ, ਪਹਿਨਣ ਦੀਆਂ ਹੋਰ ਚੀਜ਼ਾਂ, ਸਰੀਰਕ ਸੁੱਖ ਆਰਾਮ ਦੀਆਂ, ਹੌਲੇ ਹੌਲੇ ਉਹਨਾਂ ਦੇ ਨਾਲ ਵੀ ਉਹਦਾ ਧਿਆਨ ਪੈਣਾ ਸ਼ੁਰੂ ਹੋ ਜਾਂਦਾ ਹੈ। ਉਹਨੂੰ ਵੱਖਰੇ ਵੱਖਰੇ ਸਵਾਦ ਵੀ ਪੈਣੇ ਸ਼ੁਰੂ ਹੋ ਜਾਂਦੇ ਹਨ, ਤੇ ਉਹਦੀਆਂ ਮੰਗਾਂ ਵੀ ਵਧਣੀਆਂ ਸ਼ੁਰੂ ਹੋ ਜਾਂਦੀਆਂ ਹਨ। ਮੈਨੂੰ ਇਹ ਖਾਣ ਨੂੰ ਚਾਹੀਦਾ ਹੈ, ਇਹ ਪੀਣ ਨੂੰ ਚਾਹੀਦਾ ਹੈ, ਵਗੈਰਾ ਵਗੈਰਾ। ਉਹ ਇਹ ਜਨਰਲ ਜੋ ਚੀਜ਼ਾਂ ਅਸੀਂ ਆਪ ਲਾਈਫ ਵਿੱਚ ਓਬਜ਼ਰਵ ਕਰਦੇ ਹਾਂ। तो बचपन की जी एडोलसेंस की स्टेज जो बीत जाती है, अडल्टहुड बच्चा बंदा जो पहुंच जाता है, वो 6वीं स्टेज है, 6वें काम ना पूछा जात। तो 6वीं अवस्था में जो जवानी की अवस्था आ जाती है, तो काम अपना जोर आता है, उसकी सोच को भी प्रभावित करता है, वो जीवन की चाल के अंदर भी वो एक इंपॉर्टेंट प्लेस लै जाता, उसकी सोचनी के उत्ते भी हावी हो जाता है। तो ये आम वरतारा है जो जवानी के विच सब दे उत्ते आंदा है। 7वें संज किया कारवास। संज तो भाव है संजोना, इकट्ठे करना। तो 7वीं स्टेज ऐसी होंदी है जिहड़ा कि भावें जवानी का ही पार्ट होंदा है कि बंदा वध तो वध एसेट्स इकट्ठे करना चाहता है, अपने वास्ते भी, अपने परिवार वास्ते भी। फिर जो ब्याह हो गया होंदा है, परिवार के बच्चे हो जाते हैं, तो उन्होंने प्राइमरी दिमाग के अंदर सोच आ जाती है कि हुण मैं घर बनाना है, घर के समान होर इकट्ठा करना है, सुख आराम के साधन इकट्ठे करने हैं। तो ये 7वीं अवस्था के विच सुख आराम के साधन इकट्ठे करने, ये उहदा झुकाव बन जाता है, उहदी सोच के विच ये चीज़ हावी हो जाती है। 8वें क्रोध हुआ तन नास। हुण 8वीं अवस्था वो है कि जदों मन के अंदर
ਧਨ ਪਦਾਰਥ ਇਕੱਠੇ ਕਰਨ ਦੀ ਸਟਰੋਂਗ ਡਿਜ਼ਾਇਰ ਪੈਦਾ ਹੋ ਜਾਂਦੀ ਹੈ ਤੇ ਨਾਰਮਲ ਜੀ ਗੱਲ ਹੈ ਕਿ ਹਰ ਕਿਸੇ ਦੀ ਉਹ ਡਿਜ਼ਾਇਰ ਪੂਰੀ ਹੁੰਦੀ ਨਹੀਂ ਹੈ। तो फ्रस्ट्रेशन तो फिर अगे एंगर, ये सब नैचुरल ਉਹਦੇ ਫਾਲੋ ਅਪ ਹੈਗੇ ਨੇ। तो ये 7ਵੀਂ अवस्था ਜਿਹੜੀ ਉਹ 8ਵੀਂ ਨੂੰ ਵੀ ਜਨਮ ਦਿੰਦੀ ਹੈ ਕਿ ਉਹਦੇ ਅੰਦਰ ਕ੍ਰੋਧ ਦੇ ਭਾਵ ਵੀ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ, ਫਰਸਟ੍ਰੇਸ਼ਨ ਵੀ ਆ ਜਾਂਦੀ ਹੈ। तो ਇਹ ਜਿਹੜਾ ਕ੍ਰੋਧ ਹੈ ਫਿਰ ਉਹ ਉਹਦੇ ਸਰੀਰ ਨੂੰ ਵੱਖ-ਵੱਖ ਰੋਗਾਂ ਦੇ ਨਾਲ ਗ੍ਰਸਤ ਕਰ ਦਿੰਦਾ ਹੈ ਤੇ ਸਰੀਰ ਦਾ ਵੀ ਨਾਸ ਹੋਣਾ ਸ਼ੁਰੂ ਹੋ ਜਾਂਦਾ ਹੈ। तो शब्दावली काफ़ी सिंपल है, ਇਹਦੇ ਕੋਈ ਔਖੇ ਅਰਥ ਨਹੀਂ ਹਨ। तो 7ਵਾਂ ਸੰਜ ਕੀਆ, ਸੰਜ ਦਾ ਅਰਥ ਹੈ ਇਕੱਠਾ ਕਰਨਾ, ਘਰ-ਵਾਸ, ਘਰ ਦੇ ਵਿੱਚ ਭਾਵ ਉਹਦੀ ਸੋਚ ਦੇ ਅੰਦਰ ਇਹ ਧਨ ਪਦਾਰਥ ਇਕੱਠੇ ਕਰਨ ਦੀ ਭਾਵਨਾ ਵਸ ਜਾਂਦੀ ਹੈ, ਹਾਵੀ ਹੋ ਜਾਂਦੀ ਹੈ। 8ਵਾਂ ਕ੍ਰੋਧ ਹੋਆ ਤਨ ਨਾਸ, ਤਨ ਤੋਂ ਭਾਵ ਸਰੀਰ ਨਾਸ ਹੋ ਜਾਂਦਾ ਹੈ। ਨਾਸ ਹੁੰਦਾ ਹੈ ਕਿਉਂਕਿ ਕ੍ਰੋਧ ਜਿਹੜਾ ਹੈ ਔਰ ਫਰਸਟ੍ਰੇਸ਼ਨ ਜਿਹੜੀ ਹੈ ਉਹ ਸਰੀਰ ਨੂੰ ਰੋਗੀ ਕਰਦੀ ਹੈ, ਸਰੀਰ ਨੂੰ ਕਈ ਤਰ੍ਹਾਂ ਦੇ ਨੁਕਸਾਨ ਪਹੁੰਚਾਉਂਦੀ ਹੈ। ਅਗਲੀ ਅਵਸਥਾ ਜਿਹੜੀ ਹੈ ਹੁਣ ਜਦੋਂ ਐਡੋਲਸੈਂਸ ਵੀ ਗਈ, ਜਵਾਨੀ ਵੀ ਗਈ, ਮਿਡਲ ਏਜ ਵੀ ਪਾਰ ਹੋ ਗਈ ਤਾਂ ਹੁਣ ਬਜ਼ੁਰਗੀ ਨੇੜੇ ਆ ਜਾਂਦੀ ਹੈ। ਤਾਂ ਇਹ 9ਵੀਂ ਅਵਸਥਾ ਜਿਹੜੀ ਹੈ ਨਾਵੇਂ ਧੌਲੇ ਉੱਭੇ ਸਾਹ, ਜਦੋਂ ਹੁਣ ਨੈਚੁਰਲ ਪ੍ਰੋਗਰੈਸ਼ਨ ਦੇ ਨਾਲ ਸਰੀਰ ਦੇ ਵਿੱਚ ਜਿਹੜੇ ਕੇਸ ਹਨ ਉਹ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਹਨ। ਧੌਲੇ ਤੋਂ ਭਾਵ ਹੁੰਦਾ ਚਿੱਟਾ, ਤਾਂ ਧੌਲੇ ਕੇਸ ਧੌਲੇ ਹੋ ਜਾਂਦੇ ਹਨ, ਸਭ ਦੇ ਹੁੰਦੇ ਹਨ। ਨਕਲੀ ਤੌਰ ਦੇ ਉੱਤੇ ਭਾਵੇਂ ਡਾਈਆਂ ਵਰਤ ਕੇ ਕੋਈ ਆਪਣੇ ਛੁਪਾ ਲਵੇ, ਪਰ ਅਸਲੀਅਤ ਦੇ ਵਿੱਚ ਤਾਂ ਚਿੱਟੇ ਹੋਏ ਹੀ ਹੁੰਦੇ ਹਨ ਅੰਦਰੋਂ। ਔਰ ਉਸ ਤੋਂ ਇਲਾਵਾ ਕੀ ਹੁੰਦਾ ਹੈ ਕਿ ਸਰੀਰਕ ਸਮਰੱਥਾ, ਤਾਕਤ ਵੀ ਘਟਦੀ ਹੈ। ਜਿਹੜਾ ਕੰਮ ਜਵਾਨੀ ਵੇਲੇ ਉਹ ਸੌਖੇ ਕੀਤਿਆਂ ਕਰ ਲੈਂਦਾ ਸੀਗਾ, ਹੁਣ ਉਨਾ ਹੀ ਕੰਮ ਕਰਨਾ ਹੈ ਤੇ ਸਾਹ ਚੜ ਜਾਂਦਾ ਹੈ, ਥਕਾਵਟ ਹੋ ਜਾਂਦੀ ਹੈ, ਇਨਕੈਪੇਬਿਲਿਟੀ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਸਰੀਰਕ ਦਮ ਹੁਣ ਘਟ ਗਿਆ ਹੈ। तो ये जब बुजुर्गी की जो 9ਵੀਂ स्टेज है ਉਹਦੇ ਵਿੱਚ ਕੇਸ ਚਿੱਟੇ ਤੇ ਸਾਹ ਚੜਨਾ ਇਹ ਸ਼ੁਰੂਆਤ ਹੋ ਜਾਂਦੀ ਹੈ। ਔਰ ਬਜ਼ੁਰਗੀ ਤੋਂ ਬਾਅਦ ਅਗਲਾ ਸਟੈਪ ਸਭ ਨੂੰ ਪਤਾ ਹੈ ਕਿ 10ਵਾਂ ਦੱਦਾ ਹੋਆ ਸਵਾ, 10ਵੀਂ ਸਟੇਜ ਅਖੀਰ ਹੈ ਜਦੋਂ ਇਨਸਾਨ ਦੀ ਮੌਤ ਹੋ ਜਾਂਦੀ ਹੈ, ਪ੍ਰਾਣ ਨਿਕਲ ਜਾਂਦੇ ਹਨ। ਤੇ ਫਿਰ ਮੋਸਟਲੀ ਜਿਹੜਾ ਹਿੰਦੁਸਤਾਨ ਵਿੱਚ ਜੋ ਨਾਰਮਲ ਪ੍ਰੋਸੀਜਰ ਹੈ ਕਿ ਉਦੋਂ ਸਰੀਰ ਨੂੰ ਫਿਰ ਮ੍ਰਿਤਕ ਸਰੀਰ ਨੂੰ ਸਾੜ ਕੇ ਤੇ ਸੁਆਹ ਕਰ ਦਿੱਤਾ ਜਾਂਦਾ ਹੈ। ਇਹਦੇ ਵਾਸਤੇ ਕੋਈ ਡਿਬੇਟ ਕਰਨ ਦੀ ਲੋੜ ਨਹੀਂ ਹੈ ਕਿ ਮੁਸਲਮਾਨ ਤਾਂ ਨਹੀਂ ਸਾੜਦੇ। ਉਹ ਜੋ ਨਾਰਮਲ ਜੋ ਜਨਰਲ ਜੋ ਟ੍ਰੈਂਡ ਹੈ ਅਲਟੀਮੇਟਲੀ ਸਰੀਰ ਨੂੰ ਖਤਮ ਹੀ ਕਰਨਾ ਹੁੰਦਾ ਹੈ, ਚਾਹੇ ਦਫਨਾ ਕੇ ਕਰਨ ਚਾਹੇ ਸਾੜ ਕੇ ਕਰਨ, ਸਰੀਰ ਦੀ ਹੋਂਦ ਖਤਮ ਹੋ ਜਾਂਦੀ ਹੈ। तो दद्दा हुआ सुहा जो आम प्रचलित मर्यादा सीगी संस्कार करन दी, ਉਹਦਾ ਰੈਫਰੈਂਸ ਹੈ। मीनिंग ਉਹਦਾ ਹੀ ਸਮਝ ਲਓ ਕਿ ਸਰੀਰ ਨੂੰ ਜਿਹੜਾ ਹੈ ਫਿਰ ਉਹਦੀ ਹੋਂਦ ਨੂੰ ਖਤਮ ਕਰ ਦਿੱਤਾ ਜਾਂਦਾ ਹੈ, ਚਾਹੇ ਉਹਨੂੰ ਧਰਤੀ ਥੱਲੇ ਦਫਨਾ ਦਿੱਤਾ ਜਾਵੇ ਜਾਂ ਸਾੜ ਕੇ ਸੁਆਹ ਕਰ ਦਿੱਤਾ ਜਾਵੇ। ਸੋ ਇਹ 10 ਸਟੇजेस ਦੇ ਵਿੱਚ ਜੀਵਨ ਦੇ ਕੁਝ ਵੱਖਰੇ ਵੱਖਰੇ ਅੰਗ ਦਰਸਾਏ ਗਏ ਹਨ। ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਜਿਸ ਪਰਿਵਾਰ ਦੇ ਵਿੱਚ ਜਿਨ੍ਹਾਂ ਸਾਥੀਆਂ ਦੇ ਨਾਲ, ਜਿਨ੍ਹਾਂ ਮਿੱਤਰਾਂ ਦੇ ਨਾਲ, ਹੋਰ ਸਾਕ ਸੰਬੰਧੀਆਂ ਦੇ ਨਾਲ ਜੀਵਨ ਦੇ ਜਿਹਦਾ ਮੇਲ ਮਿਲਾਪ ਹੁੰਦਾ ਸੀ, ਉਹਨਾਂ ਨੂੰ ਫਿਰ ਇਹਦੀ ਮੌਤ ਦਾ ਕੀ ਅਸਰ ਪੈਂਦਾ ਹੈ। ਗਏ ਸਗੀਤ ਪੁਕਾਰੀ ਤਾਹ, ਜਿਹੜੇ ਸੰਗੀ ਸਾਥੀ ਨਾਲ ਰਹਿੰਦੇ ਸੀਗੇ ਪਰ ਉਹ ਵੀ ਕੀ ਹੈ ਕਿ ਉਹ ਵੱਧ ਤੋਂ ਵੱਧ ਮਸਾਨਾ ਤੱਕ, ਸ਼ਮਸ਼ਾਨ ਘਾਟ ਤੱਕ ਨਾਲ ਜਾਂਦੇ ਨੇ ਤੇ ਨਾਲ ਦੇ ਨਾਲ ਉਹ ਪੁਰਾਣੀ ਪ੍ਰਚਲਿਤ ਮਰਜ਼ਾਦਾ ਦੇ ਅਨੁਸਾਰ ਉਹ ਢਾਹਾਂ ਮਾਰ ਕੇ ਰੋਂਦੇ ਨੇ, ਕਿਉਂਕਿ ਉਹਨਾਂ ਨੂੰ ਇਹ ਵਿਸ਼ਵਾਸ ਦਿੱਤਾ ਗਿਆ ਸੀਗਾ ਕਿ ਜੇ ਤੁਸੀਂ ਢਾਹਾਂ ਮਾਰ ਕੇ ਨਹੀਂ ਰੋਵੋਗੇ ਤੇ ਜਿਹੜੀ ਜੀਵ ਦੀ ਆਤਮਾ ਹੈ ਨਾ ਉਹ ਸਰੀਰ ਦੇ ਦੁਆਲੇ ਘੁੰਮਦੀ ਰਹੇਗੀ, ਪ੍ਰੇਤ ਬਣ ਕੇ ਰਹੇਗੀ। ਇਹ ਪੁਰਾਤਨ ਸਨਾਤਨ ਮਤ ਦੇ ਧਰਮ ਗ੍ਰੰਥਾਂ 'ਚ ਐਸੀਆਂ ਗੱਲਾਂ ਪੜ੍ਹਨ ਨੂੰ ਮਿਲਦੀਆਂ ਨੇ। तो उस प्रचलित मनोत का ही गुरु साहब ने जिक्र किया है, कोई रिकमेंडेशन नहीं है कि भी ये कुछ करना चाहिए, ना ही जी उपर गल्लां आईयां ने वो भी गुरु साहब वालों सिर्फ एक प्रचलित जो सिचुएशन है वो डिस्क्रिप्शन है, उन्होंने वालों अपनी कोई सजेशन या रिकमेंडेशन नहीं है। तो ये प्रचलित ही मर्यादा सी हिंदू समाज के अंदर। गए संगीत पुकारी था, ਜਿਹੜੇ ਸੰਗੀ ਸਾਥੀ ਮਸਾਨਾ तक ਜਾਂਦੇ ਨੇ ਉਹ ਢਾਹ ਮਾਰ ਕੇ ਰੋਂਦੇ ਨੇ ਤਾਂ ਕਿ ਜੀਵ ਆਤਮਾ ਜਿਹੜੀ ਹੈ ਉਹ ਉਹਦੇ ਸਰੀਰ ਦਾ ਸਾਥ ਛੱਡ ਦੇਵੇ। ਅਗਲੀ ਪੰਕਤੀ ਵਿੱਚ ਉਹਦਾ ਵਰਣਨ ਗੁਰੂ ਸਾਹਿਬ ਕਰ ਰਹੇ ਹਨ ਕਿ ਉਡਿਆ ਹੰਸ ਦਸਾਏ ਰਾਹ। ਦਸਾਏ ਦਾ ਮਤਲਬ ਹੁੰਦਾ ਹੈ ਪੁੱਛਣਾ ਕਿ ਬਈ ਹੰਸ ਜਿਹੜੀ ਆਤਮਾ ਹੈ ਸਰੀਰ ਵਿੱਚੋਂ ਹੁਣ ਉੱਡ ਜਾਂਦੀ ਹੈ, ਵੱਖਰੀ ਹੋ ਜਾਂਦੀ ਹੈ ਤੇ ਅਗਲਾ ਰਾਹ ਪੁੱਛਦੀ ਹੈ। ਫਿਰ
तो ये उन्होंने सनातन मत के ਜਿਹੜੇ ਪ੍ਰਚਲਿਤ ਵਿਸ਼ਵਾਸ ਸੀਗੇ ਇਹ ਉਹਨਾਂ ਦੀ ਡਿਸਕ੍ਰਿਪਸ਼ਨ ਹੈ ਕਿ ਬਈ ਢਾਹਾਂ ਮਾਰ ਕੇ ਜਦੋਂ ਜਿਹੜੇ ਸੰਸਕਾਰ ਕਰਨ ਵੇਲੇ ਲੋਕ ਜਾਂਦੇ ਨੇ ਤਾਂ ਫਿਰ ਉਹ ਅੱਗੋਂ ਜਿਹੜੀ ਜੀਵ ਆਤਮਾ ਹੈ ਉਹ ਸਰੀਰ ਤੋਂ ਵੱਖਰੀ ਹੋ ਜਾਂਦੀ ਹੈ ਤੇ ਅਗਲਾ ਰਾਹ ਪੁੱਛਦੀ ਹੈ ਜਿਹੜਾ ਕਿ ਚਾਹੇ ਹੁਣ ਸਵਰਗ ਜਾਂ ਨਰਕ ਲੋਕ ਜਿੱਥੇ ਵੀ ਉਹਨੇ ਜਾਣਾ ਹੁੰਦਾ ਤੇ ਉਹਦਾ ਉਹ ਰਾਹ ਪੁੱਛਦੀ ਹੈ। ਸੋ ਗੁਰੂ ਸਾਹਿਬ ਇਹ ਕਹਿੰਦੇ ਹਨ ਕਿ ਅਸਲ ਵਿੱਚ ਹੋਇਆ ਕੀ, ਆਇਆ ਗਿਆ, ਜੋ ਇਸ ਜਗਤ ਵਿੱਚ ਆਇਆ ਸੀ ਉਹ ਆਇਆ ਤੇ ਚਲਾ ਗਿਆ ਤੇ ਹੋਇਆ ਕੀ ਉਸਦੇ ਜਾਣ ਤੋਂ ਬਾਅਦ, ਮੋਇਆ ਨਾਮ, ਉਹਦਾ ਨਾਮ ਹੀ ਸਹਜੇ ਸਹਜੇ ਲੋਕਾਂ ਦੀ ਯਾਦ ਵਿੱਚੋਂ ਮਰ ਜਾਂਦਾ ਹੈ, ਨਾਸ਼ ਹੋ ਜਾਂਦਾ ਹੈ, ਖਤਮ ਹੋ ਜਾਂਦਾ, ਲੋਕੀ ਭੁੱਲ ਜਾਂਦੇ ਹਨ। ਕੁਝ ਇੱਕ ਲੋਕਾਂ ਦੀ ਯਾਦ ਥੋੜਾ ਲੰਮਾ ਚਿਰ ਰਹਿ ਜਾਂਦੀ ਹੈ ਪਰ ਕੁਝ 100 ਸਾਲਾਂ ਬਾਅਦ ਬੰਦੇ ਭੁੱਲ ਜਾਂਦੇ ਹਨ, ਅਨਲੈਸ ਕਿ ਵੀ ਉਹ ਕੋਈ ਐਕਸੈਪਸ਼ਨਲ ਐਸਾ ਕਰਮ ਕਰ ਗਿਆ ਹੋਵੇ ਜਿਹੜਾ ਰਹਿੰਦੇ ਸਮੇਂ ਤੱਕ ਲੋਕਾਂ ਨੂੰ ਯਾਦ ਰਵੇ ਤੇ ਲੋਕ ਉਹਨੂੰ ਵੀ ਫਿਰ ਵੀ ਯਾਦ ਕਰਦੇ ਰਹਿਣ। ਬਹੁਤਾਤ ਜਿਹੜੀ ਹੈ ਮੈਜੋਰਿਟੀ ਲੋਕਾਂ ਦੀ ਕੀ ਹੁੰਦੀ ਹੈ ਕਿ ਇੱਕ ਪੁਸ਼ਤ ਹੱਦ 2 ਪੁਸ਼ਤਾਂ ਤੋਂ ਬਾਅਦ ਲੋਕੀ ਭੁੱਲ ਵੀ ਜਾਂਦੇ ਹਨ ਕਿ ਕੌਣ ਆਇਆ ਸੀ ਤੇ ਕੌਣ ਮਰਿਆ ਸੀਗਾ। ਇਹ ਇੱਕ ਸੱਚਾਈ ਹੈ, ਆਇਆ ਗਿਆ, ਜਿਹੜਾ ਆਇਆ ਸੀ ਇਸ ਜਗਤ ਵਿੱਚ ਉਹ ਚਲਾ ਗਿਆ ਤੇ ਮੋਇਆ ਨਾਮ, ਉਹਦਾ ਨਾਮ ਹੀ ਪਿੱਛੋਂ ਖਤਮ ਹੋ ਜਾਂਦਾ ਹੈ। ਬੰਦਾ ਤਾਂ ਮਰਿਆ ਹੀ ਮਰਿਆ ਹੈ, ਕੁਝ ਸਮੇਂ ਬਾਅਦ ਉਹਦਾ ਨਾਮ ਵੀ ਮਰ ਜਾਂਦਾ, ਉਹਦੀ ਯਾਦ ਵੀ ਲੋਕਾਂ ਨੂੰ ਭੁੱਲ ਜਾਂਦੀ ਹੈ। ਤੇ ਜਿੰਨੇ ਕੋ ਉਹਦੇ ਇੱਕ ਅੱਧੀ ਪੁਸ਼ਤ ਤੱਕਣ ਜਿਹੜਾ ਹੈ ਜੋ ਮਰਿਆਦਾ ਸੀ ਹਿੰਦੂ ਸਮਾਜ ਦੇ ਅੰਦਰ ਕਿ ਉਹ ਕੀ ਕਰਦੇ ਸਨ, ਸਾਲ ਦੇ ਸਾਲ ਸ਼ਰਾਧ ਕਰਦੇ ਸਨ, ਪਿੱਛੇ ਪੱਤਲ ਸਦਿਓ ਕਾਮ, ਉਹਦੇ ਮਰਨ ਤੋਂ ਪਿੱਛੋਂ ਉਹਦੇ ਜਿਹੜੇ ਡਿਸੈਂਡੈਂਟ ਹੈਗੇ ਨੇ ਇੱਕ ਪੁੱਤਰ ਪੋਤਰੇ ਆਦਿ ਇੱਕ 2 ਪੁਸ਼ਤਾਂ ਤੱਕਣ ਉਹਨੂੰ ਸ਼ਰਾਧ ਨੂੰ ਯਾਦ ਕਰਕੇ ਉਹਦੇ ਪਿੰਡ ਪੜਾਉਂਦੇ ਹਨ, ਪੱਤਲ ਦੇ ਉੱਤੇ ਉਹ ਭਰ ਕੇ ਪਿੰਡ ਭਰਦੇ ਨੇ ਤੇ ਕਾਵਾਂ ਨੂੰ ਸੱਦਦੇ ਨੇ ਵੀ ਕਾਂ ਆ ਕੇ ਉਹ ਖਾ ਲੈਣ ਤੇ ਸ਼ਾਇਦ ਉਹਨਾਂ ਦਾ ਵਿਸ਼ਵਾਸ ਹੈ ਕਿ ਬਈ ਇਹ ਇਸ ਤਰ੍ਹਾਂ ਕਾਵਾਂ ਨੂੰ ਖਵਾਇਆ ਹੋਇਆ ਉਹ ਪਿੱਤਰ ਲੋਕ ਵਿੱਚ ਪਹੁੰਚ ਜਾਂਦਾ ਹੈ। ਤਾਂ ਗੁਰੂ ਸਾਹਿਬ ਨੇ ਇੱਥੇ ਆਪਣਾ ਕੋਈ ਓਪੀਨੀਅਨ ਨਹੀਂ ਦਿੱਤਾ, ਜੋ ਪ੍ਰਚਲਿਤ ਚੱਲ ਰਿਹਾ ਹੈ ਜਗਤ ਦੇ ਵਿੱਚ ਸਮਾਜ ਦੇ ਅੰਦਰ, ਸਿਰਫ ਉਹਦੀ ਡਿਸਕ੍ਰਿਪਸ਼ਨ ਦੇ ਕੇ ਇੱਕ ਨਕਸ਼ਾ ਖਿੱਚਿਆ ਹੈ ਕਿ ਆਮ ਇਨਸਾਨ ਦੀ ਹੈ ਕੀ ਹਾਲਤ, ਉਹ ਇੱਕ ਡਿਸਕ੍ਰਿਪਸ਼ਨ ਹੈ। तो मैसेज उन अगलियां 2 पंक्तियां के अंदर है, नानक मनमुख अंध प्यार, हे नानक मन दे पिछे तुरन वाला इंसान जिहड़ा गुरु की सिक्ख्या नूं नहीं सुनदा, जिहड़ा गुरु के उपदेश नूं ग्रहण नहीं करदा, ओहदा जगत दे नाल प्यार जिहड़ा है वो अन्नियां वाला प्यार है, ज्ञान तो विहूना प्यार है। बंदे नूं ये जिंदगी भर जिहड़ा मायक पदार्थां दे नाल, संसारक सुख प्रोवाइड करन वालियां चीज़ां दे नाल, संसारिक रिश्तियां दे नाल जो प्यार हुंदा है वो अंधा प्यार हुंदा है, ज्ञान तो विहूना प्यार हुंदा है। वो समझदा है कि ये प्यार सदीवी है, ये रहेगा हमेशा मेरे नाल, पर ये सच्चाई तो वो ना वाकफ हुंदा है या वाकफ हुंदा होया भी इग्नोर कर दिंदा है कि भाई हर चीज़ इत्थे टैंपरेरी है, सब रिश्ते सब संबंध थोड़े चिरे हन, ना बंदे ने रहना है ना वो रिश्तेदारों ने रहना, किसी ने भी नहीं रहना। तो इसे करके गुरु साहब ने इनू अंध प्यार की सिक्ख्या दी है। तो आखिरी लाइन दे विच कंक्लूजन दे दिता है कि बाज गुरु डुब्बा संसार, गुरु दे ज्ञान तो भी होना इंसान संसार दे सारे जड़े मनमुख ने इंसान मन दे मगर तुरन वाले ने वो इस माया दे खलजगन दे विच अंध प्यार दे विच ही डुब जाते हैं, इस भवजल दे विच गर्क हो जाते हैं। जिस मकसद वास्ते मनुखा जीवन मिलया है उस मकसद विच फेल हो जाते हैं। अगला श्लोक भी गुरु नानक पातशाह का उच्चारण किया होया है, पहला पहला 10 बालतन 20 रवन, 30 का सुंदर कहावै, 40 पुर होए 85 पग खिस्सै, 60 के बुढ़ेपा आवे, 70 का मतहीन, 80 का व्यवहार न पावै, 90 का सेजासनी, मूल न जाने अपबल, टंडोलिम टूंडिम डिठ में, नानक जग धुएं का तवलहर। हुण इत्थे इंसान की जिंदगी की ही डिस्क्रिप्शन दोबारा इस श्लोक की है। हुण 10-10 साल के गैप के उत्ते वखरियां वखरियां अवस्थावां का वर्णन हो रहा है कि 10 बालतन कि 10 सालों के जिहड़ा पहले स्टेज है वो बचपन दे विच ही बीत जाती है और ये अनजान अवस्था होंदी है। रेयर केस होंदे हैं जदों कि कोई 10 साल तो छोटी उम्र वाले बच्चों नूं भी आत्मक ज्ञान हो जाए। गुरु इतिहास दे विच गुरु पातशाह
ਵੀ ਸਾਡੇ ਇੱਕ ਹੋਏ ਹਨ ਜਿਨ੍ਹਾਂ ਦੀ ਪੂਰੀ ਜ਼ਿੰਦਗੀ ਹੀ 10 ਸਾਲ ਤੋਂ ਛੋਟੀ ਸੀ। ਛੋਟੇ ਸਾਹਿਬਜ਼ਾਦੇ ਵੀ ਜਿਹੜੇ ਹਨ, ਜੋ ਉਹਨਾਂ ਨੇ ਜੀਵਨ ਜਾਚ ਸਿਖਾਈ, ਜੋ ਦ੍ਰਿੜਤਾ ਦਿਖਾਈ, ਉਹ ਵੀ 10 ਸਾਲ ਤੋਂ ਛੋਟੀ ਉਮਰ ਦੇ ਸਨ। तो ये रेयर केसेस ਹਨ। ਗੁਰਬਾਣੀ ਦੇ ਅੰਦਰ ਵੈਸੇ ਧਰੂਤ ਤੇ ਪ੍ਰਹਿਲਾਦ ਦਾ ਜ਼ਿਕਰ ਵੀ ਆਂਦਾ ਹੈ, ਤੇ ਉਹਨਾਂ ਦੀ ਉਮਰ ਵੀ ਜਿਸ ਵਕਤ ਦੇ ਉਹਨਾਂ ਦੀ ਅਵਸਥਾ ਦਾ ਵਰਣਨ ਹੈ ਉਹ ਵੀ 10 ਸਾਲ ਤੋਂ ਛੋਟੀ ਉਮਰ ਦੇ ਹਨ। तो ਇਹ ਰੇਅਰ ਐਗਜ਼ਾਮਪਲਸ ਹਨ। ਆਮ ਤੌਰ ਦੇ ਉੱਤੇ ਅਚੇਤ ਅਵਸਥਾ ਬਾਲਪਨ ਦੀ ਇਸ ਤਰ੍ਹਾਂ ਦੀ ਹੀ ਬੀਤ ਜਾਂਦੀ ਹੈ। 10 ਬਾਲਤਨ 20 ਰਵਨ, 20 ਦਾ ਹੋ ਕੇ ਬੰਦਾ ਸਵਾਦਾਂ ਦੇ ਵਿੱਚ ਕਾਮ ਦਾ ਜ਼ੋਰ ਪੈਣਾ ਸ਼ੁਰੂ ਹੋ ਜਾਂਦਾ ਹੈ। ਆਲੇ ਦੁਆਲੇ ਦੇ ਸੰਬੰਧ ਬਣਾਉਣ ਦੇ ਵਿੱਚ ਉਹਦਾ ਧਿਆਨ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਵੀ ਆਮ ਪ੍ਰਚਲਿਤ ਔਰ ਜਿਹੜੀ ਯੂਨੀਵਰਸਲ ਸਟੇਟਸ ਹੈ, ਚਾਹੇ ਇਸ ਉਮਰ ਦੇ ਜਵਾਨ ਲੜਕੇ ਹੋਣ ਜਾਂ ਲੜਕੀਆਂ ਹੋਣ, ਉਹਨਾਂ ਨੂੰ ਵੀ ਜੋ ਪਿਆਰ ਦੇ ਸੰਬੰਧ ਨੇ ਉਹ ਅਟਰੈਕਟ ਕਰਦੇ ਨੇ ਔਰ ਉਹਨਾਂ ਦਾ ਧਿਆਨ ਇਸ ਪਾਸੇ ਜਾਂਦਾ ਹੈ। ਤੀਸਾ ਕਾ ਸੁੰਦਰ ਕਹਾਵੈ, 30 ਸਾਲ ਦੀ ਉਮਰ ਤੱਕ ਉਹਨੂੰ ਆਪਣੇ ਸਰੀਰ ਨੂੰ ਸਵਾਰਨ ਦਾ, ਸੋਹਣਾ ਲੱਗਣ ਦਾ, ਅਟਰੈਕਟਿਵ ਲੱਗਣ ਦਾ ਇਹ ਜੋਸ਼ ਚੱਲਦਾ ਰਹਿੰਦਾ ਹੈ। 30 ਦਾ ਹੋ ਕੇ ਵੀ ਉਹਦੇ ਮਨ ਦੇ ਅੰਦਰ ਇਹ ਭਾਵਨਾ ਰਹਿੰਦੀ ਹੈ ਕਿ ਮੈਨੂੰ ਵੇਖ ਕੇ ਲੋਕੀ ਸੁੰਦਰ ਆਖਣ, ਮੈਂ ਦੂਜਿਆਂ ਵਾਸਤੇ ਅਟਰੈਕਟਿਵ ਹੋਵਾਂ। ਇਹ ਸਭ ਜਿਹੜਾ ਹੈ ਧਿਆਨ ਚੱਲਦਾ ਰਹਿੰਦਾ ਹੈ। 40 ਪੁਰ ਹੋਏ, 40 ਤੱਕ ਪਹੁੰਚਦਾ ਉਹਦੀ ਜਵਾਨੀ ਜਿਹੜੀ ਹੈ ਨਾ ਆਪਣੇ ਪੀਕ ਤੱਕ ਪਹੁੰਚ ਜਾਂਦੀ ਹੈ। ਆਮ ਤੌਰ ਤੇ ਮੈਡੀਕਲੀ ਵੀ ਇਹ ਗੱਲ ਮੰਨੀ ਜਾਂਦੀ ਹੈ ਕਿ ਵੀ 40 ਦੀ ਏਜ ਜਿਹੜੀ ਹੈ ਨਾ ਉਹ ਇਨਸਾਨ ਦੀ ਸਮਝੋ ਜਵਾਨੀ ਦੀ ਲਿਮਿਟ ਹੈ, ਮਤਲਬ ਉਸ ਤੋਂ ਬਾਅਦ ਫਿਰ ਡਿਕਲਾਈਨ ਹੀ ਸ਼ੁਰੂ ਹੁੰਦਾ ਹੈ। तो 40 ਤੇ ਜਾ ਕੇ ਉਹ ਪੂਰਨ ਜਵਾਨੀ ਦੇ ਪੀਕ ਦੇ ਉੱਤੇ ਹੁੰਦਾ ਹੈ। ਮੈਕਸਿਮਮ ਉਹਦੀ ਸੋਚ ਵੀ ਡਿਵੈਲਪ ਹੋਈ ਹੁੰਦੀ ਹੈ, ਥੋੜਾ ਬਹੁਤ ਐਕਸਪੀਰੀਅੰਸ ਵੀ ਚੰਗਾ ਆ ਜਾਂਦਾ ਹੈ, ਸਿਆਣਪ ਵੀ ਹੁੰਦੀ ਹੈ ਤੇ ਸਰੀਰ ਨੂੰ ਵੀ ਉਹ ਪੂਰੇ ਆਪਣੇ ਕੈਪੈਸਿਟੀ ਯੂਟਿਲਾਈਜੇਸ਼ਨ ਕਰ ਸਕਦਾ ਹੈ। तो ये गल इत्थे बयान की जा रही है। 40 पुर होए, पूरी अपने जोबन दे विच हुंदा है। 85 पग खिसै, 50 ਦੀ ਅਵਸਥਾ ਤੇ ਪਹੁੰਚਦਿਆਂ ਜਵਾਨੀ ਤੋਂ ਹੇਠਾਂ ਖਿਸਕਣਾ ਸ਼ੁਰੂ ਹੋ ਜਾਂਦਾ ਹੈ। ਪੈਰ ਖਿਸਕਣ ਤੋਂ ਭਾਵ ਹੈ ਕਿ ਹੁਣ ਜਵਾਨੀ ਵੱਲੋਂ ਥੋੜਾ ਜਿਹਾ ਜੋ ਪੀਕ ਤੋਂ ਵਾਪਸੀ ਸ਼ੁਰੂ ਹੋ ਜਾਂਦੀ ਹੈ। ਬੰਦਾ ਜੇ ਕਿਸੇ ਪਹਾੜੀ ਨੂੰ ਚੜੇ ਤੇ ਜਦੋਂ ਪਹਾੜੀ ਦੀ ਪੀਕ ਚੋਟੀ ਤੇ ਪਹੁੰਚ ਜਾਵੇ ਤੇ ਉਸ ਤੋਂ ਬਾਅਦ ਫਿਰ ਵਾਪਸੀ ਤੇ ਤਾਂ ਨੀਵੇਂ ਹੀ ਆਏਗਾ ਨਾ, ਉਸ ਤੋਂ ਉੱਚਾ ਤੇ ਜਾ ਨਹੀਂ ਸਕਦਾ। तो ये 40 ਜਿਹੜੀ ਹੈ ਇਹ ਸਾਡੀ ਸਰੀਰਕ ਸਮਰੱਥਾ ਦੀ ਔਰ ਜੋਬਨ ਦੀ ਸਮਝੋ ਇੱਕ ਚੋਟੀ ਹੈ, ਜਿੱਥੋਂ ਫਿਰ ਅੱਗੋਂ ਵਾਪਸੀ ਸ਼ੁਰੂ ਹੋ ਜਾਂਦੀ ਹੈ। ਸੋ 85 ਪਗ ਖਿੱਸਾ, 50 ਦੇ ਵਿੱਚ 50s ਦੇ ਵਿੱਚ ਬੰਦੇ ਦੀ ਵਾਪਸੀ ਸ਼ੁਰੂ ਹੋ ਜਾਂਦੀ ਹੈ। 60 ਕੇ ਬੁਢੇਪਾ ਆਵੇ ਤੇ 60 ਸਾਲਾਂ ਦਾ ਜਿਹੜਾ ਹੋ ਜਾਵੇ ਤਾਂ ਫਿਰ ਸਮਾਜ ਦੇ ਵਿੱਚ ਸਾਰੇ ਹੀ ਐਕਨੋਲੇਜ ਕਰਨਾ ਸ਼ੁਰੂ ਕਰ ਦਿੰਦੇ ਨੇ ਕਿ ਬੰਦਾ ਬੁੱਢਾ ਹੋ ਗਿਆ ਹੈ। ਆਮ ਹਾਲਾਤਾਂ ਦੇ ਅੰਦਰ ਮੋਸਟਲੀ ਸਭ ਦੇ ਵਾਲ ਵੀ ਚਿੱਟੇ ਹੋ ਜਾਂਦੇ ਨੇ ਤੇ ਨਿਸ਼ਾਨੀਆਂ ਨਜ਼ਰ ਵੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। 60 ਕੇ ਬੁਢੇਪਾ ਆਵੇ। 17 ਸਾਲਾਂ ਦੀ ਉਮਰ ਤੱਕ ਪਹੁੰਚਦਿਆਂ ਨਿਰਾ ਸਰੀਰਕ ਹੀ ਡਿਕਲਾਈਨ ਔਰ એનર્ਜੀ ਦੀ ਡਿਕਲਾਈਨ ਹੀ ਨਹੀਂ ਸ਼ੁਰੂ ਹੁੰਦੀ, ਬੰਦੇ ਦੇ ਮੈਂਟਲ ਫੈਕਲਟੀਜ਼ ਦੇ ਵਿੱਚ ਵੀ ਡਿਕਲਾਈਨ ਨਜ਼ਰ ਆਣੀ ਸ਼ੁਰੂ ਹੋ ਜਾਂਦੀ ਹੈ। ਉਹਦੀ ਯਾਦਾਸ਼ਤ ਵੀ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਹੈ। ਉਹਦਾ ਜੋ ਐਨਾਲਿਟੀਕਲ ਪਾਵਰ ਹੈ ਉਹ ਵੀ ਘਟ ਜਾਂਦੀ ਹੈ। तो इस करके आम ये जो है एक्सेप्टेड नॉर्म है। तो उस गल ਨੂੰ गुरु साहब ने बयान किया है कि 70 का मतहीन, ਉਹਦੀ ਮਤ ਦੇ ਵਿੱਚ ਹਾਨੀ ਹੋਣੀ ਸ਼ੁਰੂ ਹੋ ਜਾਂਦੀ ਹੈ, ਅਕਲੋਂ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ। 80 का व्यवहार ਨਾ ਪਾਵੇ ਤੇ 80 ਸਾਲ ਦੇ ਪਹੁੰਚਦਿਆਂ ਤੇ ਉਹਦੀ ਮੈਂਟਲ ਔਰ ਫਿਜ਼ੀਕਲ ਫੈਕਲਟੀਜ਼ ਦੋਨੋਂ ਹੀ ਕਮਜ਼ੋਰ ਇੰਨੀਆਂ ਹੋ ਜਾਂਦੀਆਂ ਨੇ ਕਿ ਹੁਣ ਉਹ ਦੁਨਿਆਵੀ ਕੰਮ ਕਾਜ ਜਿਹੜੇ ਨੇ ਚੱਜ ਨਾਲ ਕਰਨ ਦੇ ਲਾਇਕ ਨਹੀਂ ਰਹਿੰਦਾ ਤੇ ਆਪਣਾ ਹੀ ਆਪ ਸੰਭਾਲ ਲਵੇ ਇੰਨਾ ਹੀ ਉਹਦੇ ਵਾਸਤੇ ਬਥੇਰਾ ਹੁੰਦਾ ਹੈ। 80 ਦਾ ਹੋ ਕੇ ਤਾਂ ਉਹ ਹੁਣ ਕਿਸੇ ਹੋਰ ਦੂਜੇ ਦਾ ਭਲਾ ਕਰਨ ਜੋਗਾ, ਕੋਈ ਖਾਸ ਸਮਾਜ ਦੇ ਵਿੱਚ ਕੰਮ ਕਰਨ ਜੋਗਾ, ਇੰਡੀਪੈਂਡੈਂਟ ਕੰਮ ਕਰਨ ਦੇ ਲਾਇਕ ਘੱਟ ਵੱਧ ਹੀ ਰਹਿੰਦਾ ਹੈ। ਬੜੇ ਰੇਅਰ ਕੇਸਿਸ ਉੱਥੇ ਵੀ ਹੁੰਦੇ ਹਨ, ਪਰ ਮੈਜੋਰਿਟੀ ਦੀ ਜੋ ਅਵਸਥਾ ਹੈ ਕਿ 80 का व्यवहार ਨਾ ਪਾਵੇ ਤੇ ਜਦੋਂ 90 ਦੇ ਪਹੁੰਚ ਜਾਵੇ ਤਾਂ ਫਿਰ ਕੋਈ ਵਿਰਲਾ ਹੀ ਹੋਏਗਾ ਜਿਹੜਾ ਜਿਹਨੂੰ ਕੋਈ ਸਰੀਰਕ ਰੋਗ ਨਹੀਂ ਲੱਗੇਗਾ। ਮੈਜੋਰਿਟੀ ਨੂੰ ਤੇ ਕੋਈ ਨਾ ਕੋਈ ਰੋਗ ਚੰਬੜ ਹੀ ਜਾਂਦਾ ਹੈ। ਭਾਵੇਂ ਅੱਜ ਦੀ ਡੇਟ ਵਿੱਚ ਮੰਨਿਆ ਜਾਂਦਾ ਹੈ ਕਿ ਭਈ ਮੈਡੀਕਲ ਸਾਇੰਸ ਨੇ ਬੜੀ ਤਰੱਕੀ ਕਰ ਲਈ ਹੈ, ਇਨਸਾਨ ਦੀ ਐਵਰੇਜ ਏਜ ਵੀ ਅੱਗੇ ਨਾਲੋਂ ਬਹੁਤ ਵੱਧ ਗਈ ਹੈ, ਲਾਈਫ ਐਕਸਪੈਕਟੈਂਸੀ ਵੱਧ ਗਈ ਹੈ,
पर फिर भी 90 तक पहुँचदियां क्योंकि इंसान कोई भी विरले ही होंगे हैं ਜਿਹੜੇ बहुत ही डिसिपलिनड लाइफ बतीत करते हैं, ਜਿਹੜੇ ਸਰੀਰਕ ਰੋਗ ਤੋਂ ਸਾਰੀ ਉਮਰ ਬਚੇ ਰਹਿੰਦੇ ਹਨ, ਐਸੇ ਬਹੁਤ ਵਿਰਲੇ ਹੁੰਦੇ ਹਨ। ਮੈਜੋਰਿਟੀ ਦਾ ਇਹੋ ਕੰਮ ਹੁੰਦਾ ਹੈ ਵੀ ਕੋਈ ਨਾ ਕੋਈ ਰੋਗ ਤੋਂ ਸਹਿੜ ਹੀ ਲੈਂਦੇ ਹਨ ਆਪਣੀ ਗਲਤ ਜੀਵਨ ਦੇ ਚਾਲ ਦੇ ਸਦਕਾ। तो 90 ਤੱਕ ਪਹੁੰਚਿਆ ਫਿਰ ਸਰੀਰ ਜਿਹੜਾ ਹੈ ਐਸੇ ਰੋਗਾਂ ਤੋਂ ਥੋੜਾ ਜਿਹਾ ਚੁੰਮ ਜਾਂਦਾ ਹੈ ਤੇ ਬੰਦਾ ਬੈੱਡ ਤੇ ਮਾਨੋ ਬਿਮਾਰੀ ਦੇ ਵਿੱਚ ਪੈ ਹੀ ਜਾਂਦਾ ਹੈ। तो 90 का ਸੇਜਾਸਨੀ ਤੋਂ ਭਾਵ ਹੀ ਹੈ ਜਿਹਦਾ ਆਸਨ ਸੇਜ ਦੇ ਉੱਤੇ ਭਾਵ ਬੈੱਡ ਦੇ ਉੱਤੇ ਹੈ, ਬੈੱਡ ਰਿਡਨ ਹੋ ਜਾਂਦਾ ਹੈ। ਮੂਲ ਨਾ ਜਾਣਾ ਅਪ ਬਲ, तो अपना आप जो फिर बंदा संभाल नहीं सकता, ਉਹਨੂੰ ਫਿਰ ਉਹਨੂੰ ਆਪਣੇ ਨਾਰਮਲ ਜੇ ਰੂਟੀਨ ਦੇ ਕੰਮਾਂ ਵਾਸਤੇ ਵੀ ਦੂਜਿਆਂ ਦੀ ਹੈਲਪ ਦੀ ਅਸਿਸਟੈਂਸ ਦੀ ਲੋੜ ਪੈਣੀ ਸ਼ੁਰੂ ਹੋ ਜਾਂਦੀ ਹੈ। तो ये सब बयान करके आखिरी अवस्था तो फिर तुहानू पता ही अगों किहड़ी आनी है। तो गुरु साहब ने इत्थे तक दा ही 90 तक का बयान करके आखिरी पंक्ति जिहड़ी गल में समझाई है कि टंडोलिम ढूंढिम डिठ मैं। टंडोलिम का मतलब यही है, टंडोलिया है, लभ्या है। ढूंढिम का मतलब यही है, भालिया है, ढूंढिया है। डिठ मैं ते सब कुछ सारी दुनिया तो मैं लभ लुभ के देख लिया है। नानक जग धुएं का तवल हर। तवल का मतलब तुहानू पता ही है चिट्टा हुंदा है, तवल हर हुंदा है चिट्टा मकान, भाव जिन्हों एन चिट्टा प्लस्तर किया, जिवें अजकल चिट्टा सीमेंट अगर वरत के बड़ी सोहनी बिल्डिंग बनाई जाए। पुराने जमाने दे विच भी चूना करके जिहड़े वधिया जिन्हां कोल पैसा हुंदा सी वो अपने घरां दे बाहर चूने का लेप करते सीगे, चिट्टे सोहने चमकदे घर नज़र आउण ते वो पैसे वाले बंदियां दी निशानी हुंदी सी तवल हर। पर गुरु साहब कहते हैं कि जगत है तो तवल हर है, दिसन नूं बड़ा सोहना है, बड़े इहदे विच मन नूं लुभाउण वाले चीज़ां अवेलेबल ने, पर इहदी असलीयत है कुछ नहीं है धुएं दा ही है, धुएं दा तवल हर है, भुलेखे पाउण वाला है। इंसान समझदा है कि भाई मैं संसार दे उत्ते जो कुछ धन पदार्थ इकट्ठा किया है, जो कोई जमीन जायदाद बनाई है, वो मेरे सुख आराम का साधन बनेगी तो मैं इत्थे टिकिया रहांगा। ये उहदा भुलेखा हुंदा है, वो सब कुछ भी उन्होंने सुख देने के काबिल नहीं रहिंदा ते ना ही उहदा शरीर उन्हां सुखां नूं मानण दे लायक रहिंदा है। तो ये एक भुलेखा है, इसलिए इसनूं धुएं दा एक महल किया गया है, भाव टैंपरेरी है, नाशमान है। तो गुरु साहब कहते हैं कि जिंदगी के अंदर जो कुछ भी इंसान इस अपनी सारी जिंदगी दे विच इकट्ठा करता है वो एक भुलेखा ही हुंदा है। टंडोलिम ढूंढिम डिठ में नानक जग धुएं का तवल है। तो ये इंसान नूं एक भुलेखा हुंदा है कि मैं अपने वास्ते कोई बहुत बड़ा एम्पायर इकट्ठा कर लिया है, असल च उहदे कुछ काम नहीं आता। पौड़ी के अंदर हुण जो सिद्धांत की गल है वो है इंसान का जीवन का असल मकसद की है, किस वास्ते प्रभु ने भेजिया। उस भेजन वाले ने जिन्हें गुरु की संगत भी दात रूप सानू बख्शिश की, उस करते की वडियाई दे विच पौड़ी गुरु साहब ने उच्चारण की है। तो पौड़ी विच गुरु साहब फरमाते हैं, तू करता पुरख अगम है, आप सृष्ट उपाति, रंग परंग उपार्जना, बहु बहु विध भांति। तू जाने जिन उपाई है, सब खेल तुमाती। एक आवे एक जाए उठ, उठ ये नाल आना चाहिए, एक आवे एक जाए उठ, बिन नावे मर जाती। गुरमुख रंग चलूलिया, रंग हर रंग राती। सो सेवो सत निरंजनो, हर पुरख विधाती। तू आपे आप सुजान है, वड पुरख वडाती। जो मन चित तुद ध्याएंदे मेरे सचिया, बल बल हों तिन जाती। तो पौड़ी के अंदर अकाल पुरख दी नूं सीधे डायरैक्ट संबोधन करके गुरु साहब उहदी वडियाई भी कर रहे हैं, सृष्टि की रचना का डिस्क्रिप्शन दे रहे हैं कि तू भांत भांत की कमाल की दुनिया सिरजी है, जिहदे विच गुरमुख भी हैं ते मनमुख भी हैं। ते गुरु साहब ने कहा कि जिहड़े इंसान जीवन का मकसद समझ के तेरे नाल प्यार का रंग जोड़ के जीवन बतीत करते हैं, मैं उन्होंने तो कुर्बान जाता हाँ। तो शुरुआत करते हैं, तो करता पुरख अगम है, आप सृष्ट उपाति। अगम का अर्थ जिवें आप जानते हो, जिदे तक गमता ना हो, जिदे तक पहुँच ना हो सके, जिदे बारे जानिया ना जा सके कि किन्ना को
महान, किन्ने को वडियाइयां दा मालक है। हे प्रभु, तू करता है, तू पुरख है, तू सारी सृष्टि का रचनहार है, तू सारी सृष्टि विच समाया होया है, पर फिर भी तेरे तक किसी की पहुंच नहीं है। ये सारी सृष्टि तू आप ही पैदा किया है। आप सृष्ट उपाति उपाति उपाई है, पैदा की है। रंग परंग उपार्जन बहु बहु विध भांति। रंग परंग भाव कई रंगा दी, कमाल दी इतनी वैरायटी है सृष्टि के अंदर। उपार्जना का मतलब है जो उपार्जन किया है, तू पैदा की है। उपार करने का मतलब ही हुंदा है पैदा करना। तो रंगा बिरंगा दी भांत भांत दी इस सृष्टि दे विच तू वैरायटी दी जीव जंतु फल वनस्पति पेड़ पौधे जीव जंतु होर सृष्टि के अंदर कई तरह के पदार्थ तू ऐसे सब पैदा किए हैं। बहु विध भांति, जिन्हां दियां अनेकां ही किस्मां हन, जिन्हां दी कोई गिनती भी नहीं कर सकता किन्नी किस्मां ने। सिर्फ यही कहा जा सकता है कि अनगिनत किस्मां ने, अनंत किस्म दियां चीज़ां सृष्टि विच पैदा कीतियां हन। ते तू ही जानदा है जिसने सब कुछ पैदा किया है, क्योंकि ये सारा तेरा ही खेड है। तू जाने जिन उपाई है, ये तू ही जानदा है जिसने ये सब कुछ पैदा किया है। उपाई है भाव पैदा किया है। सब खेल तुमाती, ये प्रभु ये तेरा ही खेड है। तुमाती तेरा ही है। तो तू आप ही अपने इस तमाशे च जानदा है कि तू किन्ना को वैरायटी पैदा की है। और फिर इस खेल के अंदर ही की हुंदा है, एक आवे एक जाए उठ बिन नावे मर जाती। इस तमाशे में कई जीव आ रहे ने ते कई इस तमाशे का पार्ट बन के ते फिर उठ के जा रहे ने, पर नाम तो सखने हैं, वो मर के दुखी होके इथों चले जाते हैं, जन्म मरण के गेड़ च पै जाते हैं। एक आवे एक जाए उठ, कई पैदा हो रहे हैं, कई मर रहे हैं, कई सारी जिंदगी अपनी नाम के नाल जुड़े बिना ही मर के जीवन व्यर्थ करके जा रहे हैं। ये सब तेरा ही खेड है। पर कुछ ऐसे भी हैं ਜਿਹੜੇ गुरु के सन्मुख होके तेरे प्यार के रंग विच रंगे जाते हैं। गुरमुख रंग चलूलिया, चलूलिया का जो भाव है वो हुंदा है गूढ़े लाल रंग वाला। ते लाल रंग गुरबाणी के अंदर प्यार के सिंबल वजों वरत्या गया है, और आम समाज के विच भी लाल रंग नूं प्यार का ही सिंबल मन्निया जाता है। ईवन अज के जमाने तक भी रैड रोज जिहड़ा है प्रेमी एक दूजे नूं पेश करते हैं प्यार की निशानी वजों। तो चलूल गूढ़ा लाल रंग, तो जिथे गूढ़ा लाल रंग है मतलब प्यार का रंग। ते रंग का वैसे भी गुरबाणी विच इस्तेमाल जिहड़ा है वो प्यार के अर्थां विच कीता गया है। तो गुरमुख रंग चलूलिया, रंग हर रंग राती, हरी दे रंग दे विच भाव हरी दे प्यार दे विच रत्ते हुए हैं, जुड़े हुए हैं, ਉਹਦੇ प्यार दे विच ही रंगे हुए हैं। ਜਿਹੜੇ गुरु के सन्मुख रहते हैं वो अपना जीवन प्रभु के प्यार दे विच रंगे होके ही बिताते हैं। सो सेवो सत निरंजनो हर पुरख विधाती। वो जड़ा प्रभु सब विच व्यापक है, पुरख है, हर पुरख विधाती है, जिन्हें सब का लेख लिखिया है, जिन्हें सब दे जीवन की चाल नूं नियत किया है कि कोई किवें जीवन बतीत करने वाला है, की कुछ करने वाला है। सब दे जगत की रचना भी करने वाला है, तो जो सदा कायम रहने वाला है। सो सेवो सत, सत तो भाव है जो सदा कायम रहने वाला है। निरंजनो जड़ा माया तो निर्लेप है। हर वो प्रभु पुरख जो सब विच व्यापक है। ते विधाती जड़ा सब दा लेख लिखन वाला है, सब दी किस्मत दा रचनवार है। उसे नूं ही हमेशा सेवो भाव उसे नूं हमेशा याद रखो। तो ये सारी गल उपर प्रभु की सिफत करके ते संसार के लोगों की जो आम लोगों की जो हालत है, उस तो बाद गुरमुखां की गल जदों शुरू करते हैं तो उन्होंने वास्ते अगों प्रेरणा रूप में पंक्ति गुरु साहब ने उचारी है कि सो सेवो सत निरंजनो हर पुरख विधाती। अगे फिर प्रभु ਨੂੰ संबोधन करके कहते हैं कि तू आपे आप सुजान है वड पुरख वडाती। हे प्रभु तू आप ही सब कुछ जानने वाला है। सुजान जो सब कुछ जानने वाला है,
तू केवल तू आप ही आप है ते वड पुरख विडाती, तू आप ही सब तो वड्डा, सब तो वड्डी हस्ती वाला है। तेरे जिहा होर कोई, तेरी बराबरी करने वाला कोई होर हो ही नहीं सकता। सब तो वड्डा तू आप है, वड पुरख वडाती। तो आखिरी पंक्ति च कहते हैं कि जो मन चित तुद ध्याइंदे मेरे सच्चिया, बल बल हो तिन जाती। हे मेरे सदा कायम रहने वाले प्रभु, ਜਿਹੜੇ ਇੱਕ ਮਨ ਇੱਕ ਚਿਤ ਹੋ ਕੇ ਪੂਰਨ ਭਰੋਸੇ ਦੇ ਨਾਲ, ਪੂਰਨ ਪਿਆਰ ਦੇ ਵਿੱਚ ਰੰਗੀਜ ਕੇ, ਹੋਰ ਸਾਰੀਆਂ ਅਟਰੈਕਸ਼ਨ, ਸਾਰੀਆਂ ਖਿੱਚਾਂ ਨੂੰ ਛੋੜ ਕੇ ਤੇਰਾ ਧਿਆਨ ਕਰਦੇ ਹਨ, ਮੈਂ ਉਹਨਾਂ ਤੋਂ ਸਦਕੇ ਹਾਂ। ਬਲ ਬਲ ਹੋ ਤਿੰਨ ਜਾਤੀ, ਮੈਂ ਉਹਨਾਂ ਤੋਂ ਬਲ ਬਲ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਸੋ ਪੌੜੀ ਦੇ ਅੰਦਰ ਜੋ ਜੀਵਨ ਦਾ ਮਕਸਦ ਹੈ, ਗੁਰੂ ਸਾਹਿਬ ਨੇ ਉਸਨੂੰ ਬੜੇ ਸਪਸ਼ਟ ਢੰਗ ਦੇ ਨਾਲ ਸਾਡੇ ਵਾਸਤੇ ਉਹਦਾ ਮੈਸੇਜ ਦਿੱਤਾ ਹੈ। ਗੱਲ ਸ਼ੁਰੂ ਕੀਤੀ ਹੈ ਕਰਤਾ ਪੁਰਖ ਦੀ ਵਡਿਆਈ ਕਰਕੇ ਕਿ ਉਹ ਅਪਹੁੰਚ ਪ੍ਰਭੂ, ਜੋ ਸਿਰਜਣਹਾਰ ਪ੍ਰਭੂ, ਸਾਰੀ ਸ੍ਰਿਸ਼ਟੀ ਦਾ ਰਚਣ ਵਾਲਾ ਹੈ, ਜਿਨੇ ਭਾਂਤ ਭਾਂਤ ਦੀ ਵੱਖੋ ਵੱਖਰੇ ਕਿਸਮਾਂ ਦੀ ਸਾਰੀ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ, ਜਿਹਦੇ ਬਾਰੇ ਕੋਈ ਜਾਣ ਨਹੀਂ ਸਕਦਾ। ਜਿਨੇ ਬਣਾਈ ਹੈ ਉਹੀ ਜਾਣਦਾ ਹੈ। ਪਰ ਇਸ ਸ੍ਰਿਸ਼ਟੀ ਦਾ ਇੱਕ ਖੇਡ ਹੈ ਜੋ ਪ੍ਰਭੂ ਨੇ ਇੱਕ ਰੀਤ ਰਚਿਆ ਹੈ। ਇਹਦੇ ਵਿੱਚ ਲੋਕ ਜੰਮਦੇ ਹਨ, ਮਰਦੇ ਹਨ ਤੇ ਬਸ ਜੀਵਨ ਬਤੀਤ ਕਰਕੇ ਤੁਰ ਜਾਂਦੇ ਹਨ, ਔਰ ਪ੍ਰਭੂ ਦੇ ਨਾਲ ਪਿਆਰ ਦਾ ਰਿਸ਼ਤਾ ਜੋੜੇ ਬਿਨਾਂ ਹੀ ਕਈ ਤੁਰ ਜਾਂਦੇ ਹਨ। ਪਰ ਕੁਝ ਵਿਰਲੇ ਗੁਰਮੁਖ ਹੁੰਦੇ ਹਨ ਜਿਹੜੇ ਉਹਦੇ ਪਿਆਰ ਦੇ ਰੰਗ ਵਿੱਚ ਰੰਗੇ ਹੁੰਦੇ ਹਨ। ਉਹ ਆਪਣੇ ਜੀਵਨ ਦੇ ਅੰਦਰ ਫਿਰ ਉਸ ਪੁਰਖ ਵਿਧਾਤੇ ਦੇ ਨਾਲ ਉਹਦੇ ਪਿਆਰ ਦੇ ਵਿੱਚ ਜੁੜੇ ਰਹਿੰਦੇ ਹਨ। ਉਸੇ ਦਾ ਹੀ ਜਿਹੜਾ ਹੈ ਉਹਦੇ ਨਾਲ ਹੀ ਮਨ ਨੂੰ ਚਿੱਤ ਉਹਦੇ ਨਾਲ ਜੋੜ ਲੈਂਦੇ ਹਨ। ਇਹ ਸਭ ਖੇਡ ਉਸ ਪ੍ਰਭੂ ਦਾ ਰਚਿਆ ਹੋਇਆ ਹੈ, ਜਿਹੜਾ ਸਭ ਕੁਝ ਜਾਣਨ ਵਾਲਾ ਹੈ, ਸਭ ਤੋਂ ਵੱਡਾ ਹੈ, ਜਿਹਦਾ ਸ਼ਰੀਕ ਕੋਈ ਹੋਰ ਹੋ ਨਹੀਂ ਸਕਦਾ। ਤੇ ਜਿਹੜੇ ਉਹਦੇ ਨਾਲ ਜੁੜ ਕੇ ਆਪਣੇ ਮਨ ਚਿੱਤ ਵਿੱਚ ਉਸ ਦਾ ਧਿਆਨ ਧਰਦੇ ਹਨ, हे ਪ੍ਰਭੂ, ਗੁਰੂ ਸਾਹਿਬ ਬੇਨਤੀ ਕਰਦੇ ਹਨ ਕਿ ਮੈਂ ਉਹਨਾਂ ਤੋਂ ਵੀ ਕੁਰਬਾਨ ਜਾਂਦਾ ਹਾਂ, ਤੇਰੇ ਤੋਂ ਮੈਂ ਸਦਕੇ ਜਾਂਦਾ ਹੀ ਜਾਂਦਾ ਹਾਂ। ਮੈਂ ਤੇਰੇ ਪਿਆਰਿਆਂ ਤੋਂ, ਜਿਹੜੇ ਤੇਰੇ ਪਿਆਰ ਦੇ ਰੰਗ 'ਚ ਰੰਗੇ ਹੋਏ ਹਨ, ਜਿਹੜੇ ਇੱਕ ਮਨ ਇੱਕ ਚਿੱਤ ਹੋ ਕੇ ਤੇਰਾ ਧਿਆਨ ਧਰਦੇ ਹਨ, ਮੈਂ ਉਹਨਾਂ ਤੋਂ ਵੀ ਕੁਰਬਾਨ ਜਾਂਦਾ। तो इतने ही बचन आज प्रवान करने जी। होइयां भुल्लां दी खिमा। वाहिगुरू जी का खालसा, वाहिगुरू जी की।